ਰਸਤੇ 'ਚ ਜਿੱਦਾਂ ਕਦੇ ਗੁਹਾਟੇ ਮਾਲਾ ਪਹੁੰਚ ਗਏ, ਰਸਤੇ 'ਚ ਜੰਗਲ ਵੀ ਪਾਰ ਕੀਤਾ ਕਵਾਮਾਂ ਦਾ। ਫਿਰ ਗੱਲ ਕਰਦੇ ਰਹੇ ਆ, ਕਹਿੰਦੇ ਬਹੁਤ ਔਖਾ ਆ ਵੀ ਇੱਦਾਂ ਕੋਈ ਭੇਜੇ ਨਾ, ਬਹੁਤ ਔਖਾ ਆ ਆਉਣਾ ਇੱਧਰ। ਹਾਂਜੀ, ਨਿਆਣੇ ਦਾ ਹੀ ਪੁੱਛਦਾ ਰਹਿੰਦਾ ਸੀ, ਮੇਰੇ ਮੁੰਡੇ ਨੇ ਟੀਕਾ ਲਾਇਆ, ਤੂੰ ਉਹਦਾ ਖਿਆਲ ਰੱਖੀ ਬਸ। ਫਿਰ ਆਖਰੀ ਵਾਰ ਕਦੋਂ ਗੱਲ ਹੋਈ ਤੁਹਾਡੇ ਨਾਲ? 11ਵੇਂ ਮਹੀਨੇ ਦੀ 19 ਤਰੀਕ ਦੀ ਹੋਈ ਆ। ਅਸੀਂ 22-23 ਲੱਖ ਤਾਂ ਲਾਤਾ, ਬਾਕੀ ਮੈਨੂੰ ਕੋਈ ਪਤਾ ਨਹੀਂ ਹੈਗਾ। ਫੋਨ ਨਹੀਂ ਚੱਕਦੇ, ਬਹੁਤ ਪਤਾ ਕੀਤਾ, ਸਤਨਾਮ ਕੇ ਘਰ ਨੂੰ ਵੀ ਕੀਤਾ, ਸਾਨੂੰ ਕੁਛ ਪਤਾ ਲੱਗਾ ਉਹ ਸਾਨੂੰ ਪੁੱਛਦੇ ਆ, ਅਸੀਂ ਉਹਨਾਂ ਨੂੰ ਪੁੱਛਦੇ, ਸਾਨੂੰ ਕੁਛ ਨਹੀਂ ਭਾਜੀ ਪਤਾ। ਬੇਟੇ ਦਾ ਦੱਸ ਰਹੇ ਸੀ ਤੁਸੀਂ, ਬੇਟੇ ਨੂੰ ਕੀ ਪ੍ਰੋਬਲਮ? ਭਾਜੀ ਇਹਨਾਂ ਨੂੰ 5 ਸਾਲ ਹੋ ਗਏ, ਸ਼ੂਗਰ ਆ, 3-4 ਟਾਈਮ ਟੀਕਾ ਲੱਗਦਾ ਢਿੱਡ 'ਚ। ਗੁਜ਼ਾਰਾ ਕਿਵੇਂ ਚੱਲ ਰਿਹਾ ਘਰ ਦਾ? ਬਹੁਤ ਔਖਾ ਹੈ। ਮੈਂ ਤਾਂ ਕੰਮ ਵੀ ਕਹਿੰਦੀ ਮੈਂ ਕੰਮ ਕਰ ਲਵਾਂ, ਪਰ ਨਿਆਣੇ ਨਹੀਂ ਜਾਣ ਦਿੰਦੇ, ਉਹ ਕਹਿੰਦੇ ਵੀ ਮੁੰਡਾ ਡੈਪਾਂ ਦਾ ਬੇਹੋਸ਼ ਹੋ ਜਾਂਦਾ, ਮੈਂ ਕਿੱਥੇ ਜਾਵਾਂ। ਉਸ ਏਜੰਟ ਦੇ ਨਾਲ ਤੁਹਾਡੀ ਮੁਲਾਕਾਤ ਹੋਈ ਸੀ, ਮੂੰਹ ਫੇਸ ਟੂ ਫੇਸ ਜਾ ਕੇ ਕਦੀ ਗੱਲ ਹੋਈ ਸੀ ਜਿਹਦੇ ਥਰੂ ਤੁਸੀਂ ਆਪਣੇ ਪਤੀ ਨੂੰ ਅਮਰੀਕਾ ਭੇਜ ਰਹੇ? ਨਹੀਂ ਭਾਜੀ, ਕੁਛ ਨਹੀਂ ਇਹਦੇ ਬਾਰੇ ਪਤਾ। ਹਾਂਜੀ, ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ। ਦਰਸ਼ਕੋ, ਅੱਜ ਅਸੀਂ ਪਹੁੰਚੇ ਹਾਂ ਨਵਾਂਸ਼ਹਿਰ ਦੇ ਪਿੰਡ ਸਰਹਾਲੀ ਕਾਜ਼ੀਆਂ ਦੇ ਵਿੱਚ, ਜਿੱਥੋਂ ਦਾ ਇੱਕ ਨੌਜਵਾਨ 1 ਸਾਲ ਪਹਿਲਾਂ ਮੈਕਸੀਕੋ ਦੇ ਜੰਗਲਾਂ ਰਾਹੀਂ ਅਮਰੀਕਾ ਜਾਣ ਦੇ ਲਈ ਘਰੋਂ ਗਿਆ ਸੀ, ਪਰ ਅੱਜ ਤਕਰੀਬਨ 8-9-10 ਮਹੀਨੇ ਹੋ ਚੁੱਕੇ ਨੇ ਉਸ ਨੌਜਵਾਨ ਦੀ ਆਪਣੇ ਪਰਿਵਾਰ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ। ਪਰਿਵਾਰ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਸੰਪਰਕ ਟੁੱਟ ਚੁੱਕਿਆ ਹੈ। ਇਸ ਪਰਿਵਾਰ ਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਹੈ ਕਿ ਉਹ ਸਹੀ ਸਲਾਮਤ ਅਮਰੀਕਾ ਪਹੁੰਚਿਆ ਹੈ ਜਾਂ ਨਹੀਂ ਪਹੁੰਚਿਆ, ਜਾਂ ਕਿੱਥੇ ਹੈ, ਕਿਸ ਹਾਲਤ ਦੇ ਵਿੱਚ ਹੈ। ਇਹ ਪਰਿਵਾਰ ਸਾਡੇ ਨਾਲ ਹੈ। ਬਲਵੀਰ ਸਿੰਘ ਦੀ ਗੱਲ ਕਰ ਰਹੇ ਹਾਂ। ਬਲਵੀਰ ਸਿੰਘ ਦੇ ਮਿਸਿਸ, ਉਹਨਾਂ ਦੀ ਪਤਨੀ ਸਾਡੇ ਨਾਲ ਨੇ। ਭੈਣ ਜੀ, ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗਾ, ਬਲਵੀਰ ਸਿੰਘ ਜੀ ਕਦੋਂ ਘਰੋਂ ਗਏ ਸੀ? 7ਵੇਂ ਮਹੀਨੇ ਦੀ 26 ਤਰੀਕ ਨੂੰ ਗਏ ਸੀ ਇੱਥੋਂ। ਹਾਂਜੀ, 7ਵੇਂ ਮਹੀਨੇ ਦੀ 26 ਤਰੀਕ ਨੂੰ ਗਏ ਸੀ। ਔਰ ਕਿਵੇਂ, ਕਿਸ ਏਜੰਟ ਦੇ ਥਰੂ ਗਏ ਸੀ? ਕਿਵੇਂ ਉਹਨਾਂ ਦਾ ਅਮਰੀਕਾ ਜਾਣ ਦਾ ਸਬੱਬ ਬਣਿਆ ਸੀਗਾ? ਹਾਂਜੀ, ਕਾਕਾ ਸਿੰਘ ਆ, ਇੱਥੇ ਕੰਮ ਵੀ ਕਰਦੇ ਸੀਗੇ। ਰਸਤੇ 'ਚ ਜਿੱਦਾਂ ਮੁੰਡੇ ਨੇ ਕਹਿੰਦੇ ਆ ਵੀ ਮੈਂ ਜਾਣਾ ਚਾਹੁੰਦਾ ਆ, ਕਹਿੰਦੇ ਚੱਲ ਇਸ ਥਰੂ ਚੱਲ ਜਾਵੇ, ਤੇਰਾ ਬਣ ਜਾਣਾ ਆ। ਤਾਂ ਇਹਨਾਂ ਦੀ ਭੈਣ ਇੱਦਾਂ ਵਿਧਵਾ ਹੋਈ ਆ, ਤਾਂ ਮੇਰੇ ਮੁੰਡੇ ਨੂੰ ਸ਼ੂਗਰ ਆ, ਉਹਦੇ ਥਰੂ ਕਹਿੰਦਾ ਸੀ ਇਹਨਾਂ ਦੇ ਕੋਈ ਇਹ ਕੰਮ ਨਹੀਂ ਕਰ ਸਕਦਾ ਹੈਗਾ, ਵੀ ਮੇਰੀ ਭੈਣ ਵਿਧਵਾ ਹੋਈ, ਉਹ ਕੰਮ ਨਹੀਂ ਕਰ ਸਕਦੀ, ਲੋਕਾਂ ਦੇ ਪੋਚੇ ਲਾਉਂਦੀ ਆ, ਉਹਨਾਂ ਦੇ ਜ਼ਰੀਏ ਕਹਿੰਦਾ ਮੈਂ ਜਾਣਾ ਆ, ਮੈਂ ਆਪਣੀ ਉਹਨਾਂ ਭੈਣਾਂ ਦੀ ਗਰੀਬੀ ਤੋੜਨੀ ਆ। ਕਿੰਨੀ ਦੇਰ ਹੋ ਗਈ? ਕਿੱਥੇ ਕਿੱਥੇ ਉਹ ਗਏ ਸੀ? ਕਿਸ ਤਰੀਕੇ ਦੇ ਨਾਲ ਗਏ? ਤੁਹਾਡੇ ਨਾਲ ਰਸਤੇ ਦੇ ਵਿੱਚੋਂ ਗੱਲਬਾਤ ਵੀ ਕਰਦੇ ਹੋਣਗੇ ਫੋਨ ਤੇ? ਰਸਤੇ 'ਚ ਜਿੱਦਾਂ ਕਦੇ ਗੁਹਾਟੇ ਮਾਲਾ ਪਹੁੰਚ ਗਏ, ਰਸਤੇ 'ਚ ਜੰਗਲ ਵੀ ਪਾਰ ਕੀਤਾ ਕਵਾਮਾਂ ਦਾ। ਫਿਰ ਗੱਲ ਕਰਦੇ ਰਹੇ ਆ, ਕਹਿੰਦੇ ਬਹੁਤ ਔਖਾ ਆ ਵੀ ਇੱਦਾਂ ਕੋਈ ਭੇਜੇ ਨਾ, ਬਹੁਤ ਔਖਾ ਆ ਆਉਣਾ ਇੱਧਰ। ਹਾਂਜੀ, ਨਿਆਣੇ ਦਾ ਹੀ ਪੁੱਛਦਾ ਰਹਿੰਦਾ ਸੀ, ਮੇਰੇ ਮੁੰਡੇ ਨੇ ਟੀਕਾ ਲਾਇਆ, ਤੂੰ ਉਹਦਾ ਖਿਆਲ ਰੱਖੀ ਬਸ, ਇੱਦਾਂ ਹੀ ਕਹਿਣਾ। ਫਿਰ ਆਖਰੀ ਵਾਰ ਕਦੋਂ ਗੱਲ ਹੋਈ ਤੁਹਾਡੇ ਨਾਲ? 11ਵੇਂ ਮਹੀਨੇ ਦੀ 19 ਤਰੀਕ ਦੀ ਹੋਈ ਆ। 11ਵੇਂ ਮਹੀਨੇ 2019 ਦੀ ਗੱਲ ਤੁਹਾਡੇ ਨਾਲ ਫੋਨ ਤੇ ਹੋਈ। ਕੀ ਦੱਸਿਆ ਸੀ ਉਦੋਂ ਉਹਨਾਂ ਨੇ? ਉਹਨਾਂ ਨੇ ਇਹੀ ਕਿਹਾ ਵੀ ਸਾਡਾ ਘੰਟੇ 2 ਘੰਟਿਆਂ ਦਾ ਰਸਤਾ ਆ ਸੋਨਾ, ਤੂੰ ਹੁਣ ਰੱਬ ਮੂਹਰੇ ਅਰਦਾਸ ਕਰ ਵੀ ਅਸੀਂ ਪਹੁੰਚ ਜਾਣਾ। ਹੁਣ ਬਈ ਸਤਨਾਮ ਵੀ ਮੇਰੇ ਨਾਲ ਹੀ ਆ, ਇਕੱਠੇ ਹੀ ਆ ਅਸੀਂ ਦੋਏ, ਪਹੁੰਚ ਜਾਣਾ ਆ ਬਸ। ਹੁਣ ਸ਼ਿਪ 'ਚ ਬੈਠਣਾ, ਕਹਿੰਦੇ ਪਤਾ ਨਹੀਂ ਬੈਠੇ ਆ ਕਿ ਨਹੀਂ ਬੈਠੇ, ਇੱਦਾਂ ਨਹੀਂ ਕੁਛ ਪਤਾ ਭਾਜੀ। ਕੀ ਕੰਮ ਕਰਦੇ ਸੀਗੇ ਬਲਵੀਰ ਸਿੰਘ ਇੱਥੇ ਪਿੰਡ? ਭਾਜੀ ਮਿਸਤਰੀ ਦਾ ਕਰਦੇ ਸੀ। ਫਿਰ ਅਮਰੀਕਾ ਜਾਣ ਦਾ ਪਹਿਲਾਂ ਤੋਂ ਚਾਹਤ ਸੀ ਉਹਨਾਂ ਦੀ, ਜਾਂ ਫਿਰ ਉਹ ਏਜੰਟ ਨੇ ਅਪਰੋਚ ਕੀਤੀ? ਨਹੀਂ ਪਹਿਲਾਂ ਨਹੀਂ ਸੀਗਾ, ਇਹਨਾਂ ਕਰਕੇ ਮੁੰਡੇ ਕਰਕੇ ਜ਼ਿਆਦਾ ਕਰਨ ਲੱਗ ਪਿਆ, ਭੈਣ ਕਰਕੇ ਜ਼ਿਆਦਾ ਕਰਨ ਲੱਗ ਪਿਆ। ਕਿੰਨੇ ਪੈਸੇ ਲਾਏ ਤੁਸੀਂ ਉਹਨਾਂ ਦੇ ਉੱਤੇ? ਅਸੀਂ 22-23 ਲੱਖ ਤਾਂ ਲਾਤਾ, ਬਾਕੀ ਮੈਨੂੰ ਕੋਈ ਪਤਾ ਨਹੀਂ ਹੈਗਾ। ਕਿੱਥੋਂ ਆਇਆ ਇੰਨਾ ਪੈਸਾ? ਕਿਵੇਂ ਲਾਇਆ ਤੁਸੀਂ? ਜਦੋਂ ਇੱਕ ਰਾਜ ਮਿਸਤਰੀ ਕੰਮ ਕਰਦੇ ਸੀ, ਇੰਨਾ ਪੈਸਾ ਫਿਰ ਰਿਸ਼ਤੇਦਾਰਾਂ ਨੇ ਲਾਇਆ, ਜਿੱਦਾਂ ਸਾਰਿਆਂ ਨੇ ਮਦਦ ਕੀਤੀ ਆ, ਕੁਛ ਮੇਰੇ ਭਰਾ ਨੇ ਵੀ ਕੀਤੀ, ਮੇਰੇ ਮਾਪਿਆਂ ਨੇ ਥੈਂ ਵੇਚਿਆ ਆਪਣਾ, ਉਹਨਾਂ ਨੇ ਮਦਦ ਕੀਤੀ ਆ। ਹੁਣ 1 ਸਾਲ ਤੋਂ ਤੁਹਾਡਾ ਆਪਣੇ ਪਤੀ ਦੇ ਨਾਲ ਕੋਈ ਸੰਪਰਕ ਨਹੀਂ? ਨਹੀਂ ਭਾਜੀ, ਹੈ ਨਹੀਂ। ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਏਜੰਟ ਦੇ ਥਰੂ ਉਹਨੂੰ ਸੰਪਰਕ ਕੀਤਾ ਫੋਨ ਤੇ? ਭਾਜੀ ਉਹ ਫੋਨ ਨਹੀਂ ਚੱਕਦੇ, ਬਹੁਤ ਪਤਾ ਕੀਤਾ, ਸਤਨਾਮ ਕੇ ਘਰ ਨੂੰ ਵੀ ਕੀਤਾ, ਸਾਨੂੰ ਕੁਛ ਪਤਾ ਲੱਗਾ ਉਹ ਸਾਨੂੰ ਪੁੱਛਦੇ ਆ, ਅਸੀਂ ਉਹਨਾਂ ਨੂੰ ਪੁੱਛਦੇ, ਸਾਨੂੰ ਕੁਛ ਨਹੀਂ ਭਾਜੀ ਪਤਾ। ਦੱਸ ਦਈਏ ਵੀ ਕੁਝ ਦਿਨ ਪਹਿਲਾਂ 2 ਤਸਵੀਰਾਂ ਵਾਇਰਲ ਹੋ ਰਹੀਆਂ ਸੀ, ਜਿਸ ਦੇ ਵਿੱਚ ਇੱਕ ਸਤਨਾਮ ਸਿੰਘ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦਾ ਸੀ, ਤੇ ਦੂਸਰਾ ਅੱਜ ਜਿਸ ਪਰਿਵਾਰ ਦੇ ਕੋਲ ਅਸੀਂ ਪਹੁੰਚੇ ਹਾਂ, ਬਲਵੀਰ ਸਿੰਘ। ਇਹ ਦੋਨੋਂ ਨੌਜਵਾਨ ਸਾਲ 1.5 ਸਾਲ ਪਹਿਲਾਂ ਅਮਰੀਕਾ ਦੇ ਲਈ ਡੋਂਕੀ ਦਾ ਜ਼ਰੀਆ ਅਪਣਾ ਕੇ ਗਏ ਸੀਗੇ, ਪਰ ਏਜੰਟਾਂ ਦੇ ਚੱਕਰਾਂ ਦੇ ਵਿੱਚ ਅਜਿਹੇ ਫਸੇ ਕਿ ਅੱਜ 1 ਸਾਲ ਤੋਂ
ਇਹਨਾਂ ਦਾ ਆਪਣੇ ਪਰਿਵਾਰਾਂ ਦੇ ਨਾਲ ਸੰਪਰਕ ਨਹੀਂ ਹੋਇਆ। ਭੈਣ ਜੀ ਕਿੰਨੇ ਬੱਚੇ ਕਿੰਨੇ ਨੇ ਤੁਹਾਡੇ? 2 ਬੱਚੇ ਆ, ਇੱਕ ਕੁੜੀ ਇੱਕ ਕਾਕਾ ਆ। ਕੀ ਕਰਦੇ ਨੇ ਬੱਚੇ, ਪੜ੍ਹਦੇ ਨੇ? ਪੜ੍ਹਦੇ ਆ 10ਵੀਂ 'ਚ, ਕਾਕਾ ਪੜ੍ਹਦਾ 12ਵੀਂ 'ਚ, ਕੁੜੀ ਹੋ ਗਈ ਪੇਪਰ ਪਾਤੇ। ਹਾਂਜੀ, ਪਾਸ ਹੋ ਗਈ। ਜਦੋਂ ਰਾਤ 'ਚ ਬਲਵੀਰ ਸਿੰਘ ਉਹਨਾਂ ਦਾ ਫੋਨ ਆਉਂਦਾ ਸੀਗਾ ਉਦੋਂ ਸਿਹਤ ਕਿੱਦਾਂ ਸੀ ਉਹਨਾਂ ਦੀ, ਕੀ ਹਾਲਾਤ ਸੀਗੇ ਉਦੋਂ ਉਹਨਾਂ ਦੇ? ਨਹੀਂ, ਸਿਹਤ ਬਹੁਤ ਸੋਹਣੀ ਸੀ, ਗੱਲਾਂ ਕਰਦੇ ਸੀ, ਇਹਨਾਂ ਨਾਲ ਵੀ ਕੀਤੀ, ਹੈਪੀ ਹੁਣਾਂ ਨਾਲ, ਹਾਂਜੀ ਭਾਜੀ ਹੁਣਾਂ ਨਾਲ ਵੀ ਕੀਤੀ ਆ। ਹਾਂਜੀ, ਇੱਦਾਂ ਕਹਿੰਦੇ ਸੀ ਮੈਂ ਠੀਕ ਆ, ਬਸ ਤੁਸੀਂ ਆਪਣਾ ਖਿਆਲ ਰੱਖਿਓ। ਤੇ ਪੇਮੈਂਟ ਸਾਰੀ ਇੱਥੋਂ ਪਿੰਡ ਤੋਂ ਕੀਤੀ, ਤੁਸੀਂ ਘਰੋਂ ਕੀਤੀ ਜਾਂ ਕਿਸ ਤਰੀਕੇ ਨਾਲ? ਹਾਂਜੀ, ਮੇਰੇ ਭਰਾ ਨੇ ਕੀਤੀ, ਇੱਥੋਂ ਇੰਡੀਆ 'ਚ ਆ, ਉਹਨੇ ਕੀਤੀ ਹੈਲਪ, ਅਸੀਂ ਵੀ ਕੀਤੀ। ਹਾਂਜੀ, ਸਾਰੀ ਉੱਥੇ ਭੇਜੀ। ਕਦੀ ਉਸ ਏਜੰਟ ਦੇ ਨਾਲ ਤੁਹਾਡੀ ਮੁਲਾਕਾਤ ਹੋਈ ਸੀ, ਮੂੰਹ ਫੇਸ ਟੂ ਫੇਸ ਜਾ ਕੇ ਕਦੀ ਗੱਲ ਹੋਈ ਸੀ ਜਿਹਦੇ ਥਰੂ ਤੁਸੀਂ ਆਪਣੇ ਪਤੀ ਨੂੰ ਅਮਰੀਕਾ ਭੇਜ ਰਹੇ? ਨਹੀਂ ਭਾਜੀ, ਕੁਛ ਨਹੀਂ ਇਹਦੇ ਬਾਰੇ ਪਤਾ। ਹਾਂਜੀ, ਫੋਨ ਦੇ ਉੱਤੇ ਸਾਰਾ ਸੰਪਰਕ ਸੀ? ਹਾਂਜੀ। ਹੁਣ 1 ਸਾਲ ਤੋਂ ਜਿੱਦਾਂ ਗੱਲ ਨਹੀਂ ਹੋਈ, ਫਿਰ ਅਮਰੀਕਾ ਦੇ ਵਿੱਚ ਵੀ ਤੁਹਾਡੇ ਰਿਸ਼ਤੇਦਾਰ ਵੀ ਹੋਣਗੇ, ਉਹਨਾਂ ਨੇ ਕੋਸ਼ਿਸ਼ ਕੀਤੀ ਉੱਥੇ ਪਤਾ ਕਰਵਾਉਣ ਦੀ, ਜਾਂ ਤੁਸੀਂ ਇੱਥੇ ਕਦੀ ਕੋਸ਼ਿਸ਼ ਕੀਤੀ ਕਿਸੇ ਪ੍ਰਸ਼ਾਸਨ ਦੇ ਕੋਲ ਜਾ ਕੇ ਗੱਲਬਾਤ ਕਰਨ ਦੀ, ਉਹਨਾਂ ਦੇ ਬਾਰੇ ਕੋਈ ਜਾਣਕਾਰੀ ਦੇਣ ਦੀ? ਨਹੀਂ, ਕਿਸੇ ਨਾਲ ਨਹੀਂ ਗੱਲ ਕੀਤੀ ਅਸੀਂ ਤਾਂ। ਅਮਰੀਕਾ ਦੇ ਵਿੱਚ ਤੁਹਾਡੇ ਰਿਸ਼ਤੇਦਾਰ ਨੇ, ਉਹ ਕੋਸ਼ਿਸ਼ ਕਰ ਰਹੇ ਨੇ ਉੱਥੇ? ਹਾਂਜੀ, ਉਹ ਕਰਦੇ ਨੇ, ਨਾਲ ਦੋਸਤ ਆ ਉਹਨਾਂ ਦੇ, ਫਰੈਂਡ ਆ, ਉਹ ਵੀ ਕਰਦੇ ਆ, ਕੁਛ ਪਤਾ ਨਹੀਂ ਲੱਗਦਾ ਕਹਿੰਦੇ ਭਾਜੀ। ਬੇਟੇ ਦਾ ਦੱਸ ਰਹੇ ਸੀ ਤੁਸੀਂ, ਬੇਟੇ ਨੂੰ ਕੀ ਕੀ ਪ੍ਰੋਬਲਮ ਹੈ? ਭਾਜੀ ਇਹਨਾਂ ਨੂੰ 5 ਸਾਲ ਹੋ ਗਏ, ਸ਼ੂਗਰ ਆ, 3-4 ਟਾਈਮ ਟੀਕਾ ਲੱਗਦਾ ਢਿੱਡ 'ਚ। ਗੁਜ਼ਾਰਾ ਕਿਵੇਂ ਚੱਲ ਰਿਹਾ ਘਰ ਦਾ? ਤਾਂ ਇਹ ਦੁੱਖ ਹੈ। ਅੱਜ ਅਸੀਂ ਆਪਣੇ ਭਵਿੱਖ ਨੂੰ ਸੁਧਾਰਨ ਦੇ ਲਈ, ਆਰਥਿਕ ਹਾਲਤ ਨੂੰ ਸੁਧਾਰਨ ਦੇ ਲਈ ਇੱਕ ਅਜਿਹਾ ਰਸਤਾ ਚੁਣ ਲੈਂਦੇ ਹਾਂ ਜਿਸ ਰਸਤੇ ਦੇ ਉੱਤੇ ਹਰ ਸਮੇਂ ਦੁੱਖ ਤਕਲੀਫਾਂ ਤੇ ਕਈ ਵਾਰ ਸਾਡੇ ਪੰਜਾਬੀ ਨੌਜਵਾਨਾਂ ਦੀਆਂ ਅਜਿਹੀਆਂ ਮੰਦਭਾਗੀਆਂ ਖਬਰਾਂ ਵੀ ਉਸ ਰਸਤੇ ਤੋਂ ਆਉਂਦੀਆਂ ਨੇ। ਪਰ ਇਸ ਪਰਿਵਾਰ ਦੇ ਹੰਝੂਆਂ ਨੂੰ ਤੁਸੀਂ ਦੇਖ ਕੇ ਮਹਿਸੂਸ ਕਰਦੇ ਹੋ ਕਿ ਇਸ ਸਮੇਂ ਮਾਨਸਿਕ ਆਰਥਿਕ ਹਾਲਤ ਇਸ ਪਰਿਵਾਰ ਦੀ ਕਿਸ ਤਰੀਕੇ ਦੀ ਹੈ। ਭਾਜੀ ਮੈਂ ਚਾਹੂੰਗਾ ਥੋੜ੍ਹਾ ਜਿਹਾ ਹੌਸਲਾ ਰੱਖ ਕੇ ਗੱਲ ਕਰੋ, ਕਿਉਂਕਿ ਅਸੀਂ ਵੀ ਕੋਸ਼ਿਸ਼ ਇਹੀ ਹੈ ਸਾਡੀ ਵੀ ਇਹ ਵੱਧ ਤੋਂ ਵੱਧ ਬਲਵੀਰ ਸਿੰਘ ਹੋਰਾਂ ਦੀ ਖਬਰ ਵੱਧ ਤੋਂ ਵੱਧ ਲੋਕਾਂ ਤੱਕ ਜਾਵੇ, ਤੁਹਾਡਾ ਦੁੱਖ ਦਰਦ ਲੋਕਾਂ ਤੱਕ ਜਾਣ, ਔਰ ਕੋਈ ਸ਼ਾਇਦ ਅਜਿਹਾ ਸ਼ਖਸ ਮਿਲ ਜਾਏ ਜਿਹੜਾ ਬਲਵੀਰ ਸਿੰਘ ਨੂੰ ਲੱਭਣ ਦੇ ਵਿੱਚ ਕੋਈ ਸਹਾਇਤਾ ਤੁਹਾਡੀ ਕਰ ਸਕੇ। ਮੈਂ ਜਾਣਨਾ ਚਾਹੂੰਗਾ ਕਿਵੇਂ ਹੁਣ ਦਵਾਈ ਦਾਰੂ ਕਿਵੇਂ ਚੱਲ ਰਿਹਾ ਹੈ ਬੱਚੇ ਦਾ, ਕਿੱਥੋਂ ਖਰਚ ਚਲਾ ਰਹੇ ਹੋ? ਪਰ ਹੈਪੀ ਹੁਣੀ, ਕੁਲਜੀਤ ਹੁਣੀ ਵੀ ਹੈਲਪ ਕਰਦੇ ਆ, ਜਿੱਦਾਂ ਰਿਸ਼ਤੇਦਾਰ ਵੀ ਥੋੜੀ ਬਹੁਤੀ ਹੈਲਪ ਕਰਦੇ ਆ। ਹਾਂਜੀ, ਬਹੁਤ ਔਖਾ ਹੈ। ਮੈਂ ਤਾਂ ਕੰਮ ਵੀ ਕਹਿੰਦੀ ਮੈਂ ਕੰਮ ਕਰ ਲਵਾਂ, ਪਰ ਨਿਆਣੇ ਨਹੀਂ ਜਾਣ ਦਿੰਦੇ, ਕਹਿੰਦੇ ਵੀ ਮੁੰਡਾ ਡੈਪਾਂ ਦਾ ਬੇਹੋਸ਼ ਹੋ ਜਾਂਦਾ, ਮੈਂ ਕਿੱਥੇ ਜਾਵਾਂ। ਕਦੇ ਸੋਚਿਆ ਸੀਗਾ ਵੀ ਬਲਵੀਰ ਸਿੰਘ ਉਹਨਾਂ ਨੇ ਕਦੀ ਜਦੋਂ ਇਹ ਰਸਤਾ ਜਦੋਂ ਅਮਰੀਕਾ ਜਾਣ ਦਾ ਇਹ ਰਸਤਾ ਚੁਣਿਆ ਸੀਗਾ, ਉਦੋਂ ਪਤਾ ਸੀਗਾ ਵੀ ਇਦਾਂ ਦੇ ਹਾਲਾਤ ਵੀ ਹੈਗੇ ਨੇ ਉਸ ਰਸਤੇ ਦੇ ਵਿੱਚ? ਨਹੀਂ, ਉਹਨੇ ਇੱਦਾਂ ਹੀ ਦੱਸਿਆ ਵੀ ਮਹੀਨੇ ਦੇ ਵਿੱਚ ਪਹੁੰਚ ਜਾਣਾ। ਉਹ ਤਾਂ ਆਪਣੀਆਂ ਭੈਣਾਂ ਨੂੰ ਮਿਲ ਕੇ ਆਇਆ, ਉਹਨਾਂ ਨੂੰ ਇਹ ਵੀ ਨਹੀਂ ਦੱਸਿਆ ਵੀ ਬਾਹਰ ਨੂੰ ਚੱਲਾਂ। ਹਾਂਜੀ, ਕਹਿੰਦਾ ਮੈਂ ਮਹੀਨੇ 'ਚ ਸਰਪ੍ਰਾਈਜ਼ ਦੇ ਦੇਣਾ ਸਾਰਿਆਂ ਨੂੰ। ਕਿੰਨਾ ਟਾਈਮ ਰਸਤੇ ਦੇ ਵਿੱਚ ਲਗਾਤਾਰ ਉਹ ਅੱਗੇ ਪੜਾਅ ਅੱਗੇ ਵਧਦੇ ਰਹੇ? ਕਦੇ ਮਹੀਨਾ ਬਹਿ ਜਾਂਦੇ ਸੀ ਰਸਤੇ 'ਚ, ਕਦੇ ਹਫਤਾ ਬਹਿੰਦੇ ਸੀ ਰਸਤੇ 'ਚ, ਇੱਦਾਂ। ਹਾਂਜੀ, 1.5 ਸਾਲ ਹੋ ਗਿਆ ਇੱਦਾਂ ਹੀ ਆ। ਲਾਸਟ ਟਾਈਮ ਜਦੋਂ ਕਾਲ ਆਈ ਸੀ ਉਦੋਂ ਕੀ ਗੱਲਬਾਤ ਹੋਈ ਸੀ ਤੁਹਾਡੀ? ਇਹੀ ਹੋਈ ਆ ਵੀ ਅਸੀਂ ਵੀ ਪਹੁੰਚ ਜਾਣਾ 2 ਘੰਟਿਆਂ ਦੇ ਵਿੱਚ ਵੀ ਮੈਂ ਤਾਂ ਸਤਨਾਮ ਅਸੀਂ ਇਕੱਠੇ ਹੀ ਆ, 2 ਹੀ ਜਣੇ। ਹਾਂਜੀ, ਹੋਰ ਵੀ ਮੁੰਡੇ ਸੀਗੇ ਇਹਨਾਂ ਦੇ ਨਾਲ ਕੋਈ, ਜਾਂ ਇਹਨਾਂ ਨੂੰ ਕੋਈ ਪਾਰ ਕਰਵਾਉਣਾ? ਇਹ ਦੱਸਿਆ ਸੀਗਾ ਕਿ ਪਾਰ ਕਰ ਕਿਵੇਂ ਰਿਹਾ ਉਸ ਪਾਣੀ ਵਾਲੇ ਜਿਹੜਾ ਰਸਤਾ ਸੀ? ਨਹੀਂ, ਰਸਤੇ 'ਚ ਪਿੱਛੇ ਸੀ ਮੁੰਡੇ, ਉਹ ਫੋਨ ਕਰਦੇ ਹੁੰਦੇ ਸੀ ਕਿੱਦਾਂ ਪਹੁੰਚ ਗਿਆ। ਅਸੀਂ ਕਿਹਾ ਨਹੀਂ, ਸਾਨੂੰ ਕੁਛ ਪਤਾ ਨਹੀਂ ਹੈਗਾ। ਉਹ ਨਾਲ ਦੇ ਪਹੁੰਚ ਗਏ, ਸਾਨੂੰ ਫੋਨ ਕਰਦੇ ਆ, ਇਹਨਾਂ ਦਾ ਨਹੀਂ ਕੁਛ ਵੀ ਪਤਾ ਲੱਗਦਾ। ਹੁਣ ਜਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਵੀ ਪਤਾ ਪਿਤਾ ਘਰੋਂ ਗਿਆ ਹੈ, ਅਜੇ ਤੱਕ ਕੋਈ ਸੁੱਧ ਬੁੱਧ ਨਹੀਂ ਆ ਰਹੀ, ਪੁੱਛਦੇ ਹੋਣਗੇ ਬੱਚੇ ਵੀ ਤੁਹਾਨੂੰ? ਹਾਂਜੀ, ਇਹਨਾਂ ਨੂੰ ਪਤਾ ਆ, ਸਾਡੇ ਡੈਡੀ ਦਾ ਕੁਛ ਪਤਾ ਨਹੀਂ ਲੱਗਦਾ ਹੈਗਾ। ਇਹ ਟੈਨਸ਼ਨ ਦੇ ਨਾਲ ਸ਼ੂਗਰ 500 600 ਹੋ ਜਾਂਦੀ ਆ। ਬਲਵੀਰ ਸਿੰਘ ਜੀ ਦੇ ਬ੍ਰਦਰ ਵੀ ਸਾਡੇ ਨਾਲ ਨੇ। ਭਾਈ ਤੁਹਾਡੇ ਤੋਂ ਜਾਣਨਾ ਚਾਹਾਂਗਾ, ਤੁਹਾਡੀ ਗੱਲਬਾਤ ਹੋਈ ਬਲਵੀਰ ਦੇ ਨਾਲ ਕਦੀ? ਮੈਂ ਵੀ ਭਾਜੀ ਇੱਕ ਵਾਰੀ ਇੱਥੇ ਆਇਆ ਸੀਗਾ, ਤਾਂ ਮੇਰੀ ਇੱਕ ਵਾਰੀ ਸਿਰ ਗੱਲਬਾਤ ਹੋਈ ਹੈ, ਕਿਉਂਕਿ ਸਾਨੂੰ ਵੀ ਪਤਾ ਨਹੀਂ ਸੀ, ਬਾਹਰ ਨੂੰ ਦੱਸ ਕੇ ਵੀ ਨਹੀਂ ਸੀ ਗਏ ਸੀਗੇ, ਚਲੋ ਕਿਸੇ ਨੂੰ ਵੀ ਦੱਸਿਆ ਸੀ ਨਹੀਂ। ਅਤੇ ਇੱਥੇ ਮੇਰੀ ਕੁਦਰਤੀ ਉਹਨਾਂ ਨਾਲ ਗੱਲਬਾਤ ਹੋਈ, ਅਤੇ ਜਿੱਦਾਂ ਇਹਨਾਂ ਦੇ ਹੰਝੂ ਆਉਂਦੇ ਸਾਡਾ ਮਨ ਭਰ ਗਿਆ। ਗੱਲ ਨਾ ਸੀ ਜਾਣੀ, ਫਿਰ ਕਹਿੰਦਾ ਭਾਜੀ ਹੌਸਲਾ ਰੱਖੋ ਵੀ ਕੋਈ ਗੱਲ ਨਹੀਂ, ਅਸੀਂ ਹੋਰ ਕਹਿੰਦਾ ਮਹੀਨਾ ਖੰਡ ਦੇ ਵਿੱਚ ਪਹੁੰਚ ਜਾਣਾ ਉੱਥੇ, ਫਿਰ ਟੈਨਸ਼ਨ ਨਾ ਲਓ। ਉਸ ਤੋਂ ਬਾਅਦ ਆਪਣੇ ਕੋਲ ਗੱਲ ਨਹੀਂ ਹੋਈ, ਫਿਰ ਹੁਣ ਨਾ ਦੁਬਾਰਾ ਫਿਰ ਮੈਨੂੰ ਸਾਡੇ ਨਾਲ ਮੁਲਾਕਾਤ ਹੋਈ ਹੈ। ਤਾਂ ਇਹਨਾਂ ਨਾਲ ਘਰ ਵਾਲਿਆਂ ਨਾਲ ਫਿਰ ਗੱਲਬਾਤ ਹੁੰਦੀ ਰਹੀ ਹੈ,
ਬਾਕੀ ਹੋਰ ਅਸੀਂ ਇਹਨਾਂ ਕੋਲ ਇੱਦਾਂ ਖਬਰ ਸਾਰ ਲੈਂਦੇ ਰਹੇ, ਪੁੱਛਦੇ ਰਹੇ ਹਾਂ ਜਦੋਂ ਚਿਰ ਫੋਨ ਆਉਂਦਾ ਰਿਹਾ। ਅਤੇ ਹੁਣ ਤਾਂ ਲੰਮੇ ਸਮੇਂ ਤੋਂ ਫੋਨ ਵੀ ਨਹੀਂ ਆ ਰਿਹਾ ਉਹਨਾਂ ਦਾ। ਬਲਵੀਰ ਸਿੰਘ ਦੇ ਹੋਰ ਰਿਸ਼ਤੇਦਾਰ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਭਾਜੀ ਕੀ ਨਾਮ? ਮੇਰਾ ਨਾਮ ਜੀ ਕੁਲਜੀਤ ਸਿੰਘ ਸਰਾਲ ਆ। ਮੈਂ ਇੱਥੋਂ ਪੰਚਾਇਤ ਸਮਿਤੀ ਔੜ ਤੋਂ ਵਾਈਸ ਚੇਅਰਮੈਨ ਆ, ਔਰ ਮੇਰਾ ਨਗਰ ਹੈਗਾ ਸਾਲਕਾ ਜੀਆਂ। ਇੱਥੇ ਦੇ ਅਸੀਂ ਵਸਨੀਕ ਹਾਂ। ਇਹ ਮੇਰੇ ਗੁਆਂਢ ਵਿੱਚੋਂ, ਮੇਰੇ ਭਾਈਚਾਰੇ ਵਿੱਚੋਂ ਮੇਰੇ ਚਾਚਾ ਜੀ ਲੱਗਦੇ ਸਨ, ਬਲਵੀਰ ਸਿੰਘ ਜੀ। ਔਰ ਇਹ 1 ਸਾਲ ਪਹਿਲਾਂ ਲਗਭਗ ਬਾਹਰ ਗਏ ਸੀ ਕਿ ਪਰ 1 ਸਾਲ ਤੋਂ ਇਹਨਾਂ ਦਾ ਪਤਾ ਨਹੀਂ ਲੱਗ ਰਿਹਾ ਕਿ ਇਹ ਪਹੁੰਚੇ ਆ ਜਾਂ ਨਹੀਂ ਪਹੁੰਚੇ। ਪਰਿਵਾਰ ਦੇ ਨਾਲ ਕੋਈ ਸੰਪਰਕ ਨਹੀਂ। ਅੱਜ ਪਰਿਵਾਰ 'ਤੇ ਬਹੁਤ ਹੀ ਦੁੱਖ ਵਾਲਾ ਔਰ ਸੰਕਟਮਈ ਸਮਾਂ ਚੱਲ ਰਿਹਾ ਹੈ। ਜਿਵੇਂ ਤੁਸੀਂ ਵੀ ਦੱਸ ਰਹੇ ਹੋ ਵੀ ਮੈਂ ਵੀ ਖੁਦ ਵੀ ਅਮਰੀਕਾ ਜਾਣਾ ਆਉਣਾ ਹੈ, ਇਹ ਜਿਹੜਾ ਡੋਂਕੀ ਵਾਲਾ ਰਸਤਾ ਜਿਹਨੂੰ ਕਹਿੰਦੇ ਅਸੀਂ, ਜੰਗਲਾਂ ਦੇ ਥਰੂ ਜਾਂਦਾ ਹੈ, ਜਿਹਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਦੀਆਂ ਕਈ ਵਾਰ ਮੌਤ ਦੀਆਂ ਖਬਰਾਂ ਵੀ ਆਉਂਦੀਆਂ ਨੇ। ਕਈ ਪਹੁੰਚ ਜਾਂਦੇ ਨੇ ਸਹੀ ਟਿਕਾਣੇ ਦੇ ਉੱਤੇ ਅਤੇ ਕਈ ਰਸਤੇ ਵਿੱਚ ਰਹਿ ਜਾਂਦੇ ਨੇ। ਇਹਦੇ ਬਾਰੇ ਕੁਝ, ਜਦੋਂ ਤੁਸੀਂ ਅਮਰੀਕਾ ਹੁੰਦੇ ਹੋ, ਉੱਥੇ ਆਉਣੇ ਜਾਣੇ ਹੋ, ਇਹ ਮੁੰਡਿਆਂ ਦਾ ਕੁਝ ਦੱਸ ਸਕਦੇ ਹੋ ਵੀ ਕਿਵੇਂ ਕਿਸ ਹਾਲਤ ਵਿੱਚ ਅਮਰੀਕਾ ਪਹੁੰਚਦੇ ਨੇ ਉੱਥੇ? ਪਰ ਇਹ ਹੈਗਾ ਕਿ ਜਦੋਂ ਨਾ ਮੈਂ, ਕਿਉਂਕਿ ਮੇਰੇ ਤੋਂ ਆਪਣੇ ਕੋਲ ਵੀ ਪਰਮਾਨੈਂਟ ਰੈਜ਼ੀਡੈਂਟ ਕਾਰਡ ਹੈਗਾ, ਪਰ ਮੈਂ ਰਹਿੰਦਾ ਇੱਥੇ ਹੀ ਹਾਂ। ਸਾਲ ਦੇ ਵਿੱਚ 1-2 ਵਾਰ ਜਾਣ ਦਾ ਮੌਕਾ ਮਿਲਦਾ, ਭਾਵੇਂ ਥੋੜ੍ਹੇ ਸਮੇਂ ਲਈ ਜਾਈਏ। ਕੁਛ ਉੱਥੇ ਨੌਜਵਾਨਾਂ ਨੂੰ ਮਿਲ ਕੇ ਪਤਾ ਲੱਗਿਆ ਹੈਗਾ, ਔਰ ਕੁਛ ਸਾਡੇ ਰਿਲੇਟਿਵ ਵੀ ਆ ਕਿ ਜਿਹੜੇ ਪਹੁੰਚੇ ਆ ਇਸ ਤਰ੍ਹਾਂ ਦੇ ਰਸਤਿਆਂ ਵਿੱਚ ਦੀ। ਉਹ ਜਦੋਂ ਪਾਇਆ ਮੈਕਸੀਕੋ ਜਾ ਕੇ, ਇੱਥੋਂ ਪਤਾ ਨਹੀਂ ਵਿਚਾਰੇ ਕਿੱਦਾਂ ਪਹੁੰਚਦੇ ਆ, ਵੱਖ-ਵੱਖ ਕੰਟਰੀਆਂ ਵਿੱਚ ਦੀ ਹੋ ਕੇ, ਜੰਗਲਾਂ ਵਿੱਚ ਦੀ ਹੋ ਕੇ, ਬਾਇਆ ਮੈਕਸੀਕੋ ਜੰਗਲਾਂ ਦੇ ਰਸਤੇ ਵਿੱਚ ਦੀ ਹੀ ਕੋਈ ਕੰਧ, ਕਹਿੰਦੇ ਆ ਕਿ ਕੰਧ ਪਾਰ ਕਰਕੇ ਕੰਡਿਆਲ ਵੀ ਤਾਰ ਟੱਪ ਕੇ ਅਸੀਂ ਅਮਰੀਕਾ ਐਂਟਰ ਕਰਦੇ ਹਾਂ। ਪਰ ਉੱਥੇ ਉਹਨਾਂ ਨੂੰ ਪੁਲਿਸ ਅਰੈਸਟ ਕਰ ਲੈਂਦੀ ਆ। ਅਰੈਸਟ ਕਰਕੇ ਪੁਲਿਸ ਉਹਨਾਂ ਨੂੰ ਜੇਲ੍ਹ 'ਚ ਭੇਜ ਦਿੰਦੀ ਆ। ਉਹ ਆਪਣੇ ਰਿਲੇਟਿਵਸ ਜਿਹੜੇ ਉੱਥੇ ਹੋਰ ਹੁੰਦੇ ਆ, ਉਹਨਾਂ ਨਾਲ ਸੰਪਰਕ ਕਰਕੇ, ਲਾਇਰ ਕਰਕੇ ਉਹ ਬਾਏ ਬੇਲ ਬਾਹਰ ਆ ਜਾਂਦੇ ਆ। ਔਰ ਅਮਰੀਕਾ ਦਾ ਸਿਸਟਮ ਇਹ ਆ ਕਿ ਉਹ ਬਾਏ ਲਾਅ ਵੀ ਉਹਨਾਂ ਨੂੰ ID ਇਸ਼ੂ ਕਰ ਦਿੰਦੀ ਆ ਕਿ ਉਹ ਅਮਰੀਕਾ ਵਿੱਚ ਕਿਤੇ ਵੀ ਟਰੈਵਲ ਕਰ ਸਕਦੇ ਆ, ਅਤੇ ਉਹ ਬਾਏ ਲੀਗਲੀ ਉੱਥੇ ਫਿਰ ਰਹਿ ਸਕਦੇ ਆ। ਉਹਨਾਂ ਦਾ ਕੇਸ ਚੱਲਦਾ ਹੈਗਾ। ਉਹ ਫਿਰ ਆਉਣ ਵਾਲੇ ਸਮੇਂ ਵਿੱਚ 5-10 ਸਾਲ ਵਿੱਚ ਉਹ ਫ੍ਰੀ ਵੀ ਹੋ ਸਕਦੇ ਆ, ਜਾਂ ਉਹਨਾਂ ਨੂੰ ਰਿਪੋਰਟ ਵੀ ਅਮਰੀਕਾ। ਬਲਵੀਰ ਸਿੰਘ ਹੋਰਾਂ ਦੀ ਗੱਲ ਕਰੀਏ, ਇਹਨਾਂ ਨੇ ਤੁਹਾਡੇ ਨਾਲ ਕਦੀ ਗੱਲ ਕੀਤੀ ਸੀ ਵੀ ਮੈਂ ਇਸ ਤਰੀਕੇ ਦੇ ਨਾਲ ਅਮਰੀਕਾ ਜਾਣਾ ਹੈ? ਕਦੀ ਜ਼ਿਕਰ ਕੀਤਾ ਸੀ ਇਸ ਗੱਲ ਦਾ? ਨਹੀਂ, ਇਹ ਇਸ ਲਈ ਨਹੀਂ, ਇਹ ਅਮਰੀਕਾ ਜਾਣ ਦੇ ਲਈ ਨਹੀਂ ਉਹਨਾਂ ਨੇ ਕਦੀ ਜ਼ਿਕਰ ਕੀਤਾ ਸੀ। ਪਰ ਵੈਸੇ ਸੀ, ਹਰੇਕ ਬੰਦਾ ਦੇਖੋ, ਨੌਜਵਾਨ ਆਪਾਂ ਪੰਜਾਬੀ ਹੈਗੇ ਆ, ਕਿ ਆਪਣੇ ਪਰਿਵਾਰ ਦੀ ਤਰੱਕੀ ਦੇ ਲਈ ਹਰ ਤਰੀਕੇ ਦਾ ਹੀਲਾ ਵਸੀਲਾ ਕਰਨ ਦੀ ਕੋਸ਼ਿਸ਼ ਕਰਦਾ ਹੈਗਾ। ਉਹਨਾਂ ਦੀ ਵੀ ਕਿਤੇ ਨਾ ਕਿਤੇ ਇਹ ਚਾਹਤ ਹੈਗੀ ਸੀ ਕਿ ਮੈਂ ਬਾਹਰ ਵਿਦੇਸ਼ ਸੈਟਲ ਹੋ ਕੇ, ਜਿੰਨੀ ਮੈਂ ਮਿਹਨਤ ਇੱਥੇ ਕਰਦਾ, ਕਿ ਸ਼ਾਇਦ ਮੈਂ ਆਪਣੇ ਪਰਿਵਾਰ ਨੂੰ ਵਧੀਆ ਤਰੀਕੇ ਨਾਲ ਅੱਗੇ ਪਾਲਣ ਪੋਸ਼ਣ, ਆਪਣੇ ਰਿਸ਼ਤੇਦਾਰਾਂ ਦਾ ਦੇਖਭਾਲ ਚੰਗੇ ਤਰੀਕੇ ਨਾਲ ਕਰ ਸਕਦਾ ਜੇ ਕਿਤੇ ਮੈਂ ਬਾਹਰ ਵਿਦੇਸ਼ ਵਿੱਚ ਸੈਟਲ ਹੋ ਜਾਵਾਂ। ਕਿ ਪਰ ਉਹ ਜੋ ਕਈ ਵਾਰੀ ਬੰਦਾ ਸਟੈਪ ਲੈ ਲੈਂਦਾ ਹੈਗਾ ਕਿ ਉਹ ਪਰਮਾਤਮਾ ਨੂੰ ਕੁਛ ਹੋਰ ਮਨਜ਼ੂਰ ਹੁੰਦਾ। ਅੱਜ ਉਸੇ ਘੜੀ ਤਹਿਤ ਆਪਾਂ ਸਾਰੇ ਜਾਣੇ ਅਸੀਂ ਬਹੁਤ ਦੁੱਖ ਦੀ ਘੜੀ ਵਿੱਚ ਹਾਂ ਜੀ। ਤੁਹਾਡੀ ਬਲਵੀਰ ਸਿੰਘ ਦੇ ਨਾਲ ਗੱਲ ਹੋਈ ਸੀ ਕਦੀ, ਜਦੋਂ ਗਏ ਸੀਗੇ ਘਰੋਂ ਜਾਂ ਰਸਤੇ ਦੇ ਦੌਰਾਨ ਜਾਂਦਿਆਂ ਕੁਝ ਦੱਸਿਆ ਕਦੀ ਉਹਨਾਂ ਨੇ? ਕੋਈ ਗੱਲ ਹੋਈ ਤੁਹਾਡੀ? ਹਾਂਜੀ, ਲਗਭਗ 1 ਸਾਲ ਪਹਿਲਾਂ ਮੇਰੀ, ਜਦੋਂ ਉਹ ਗਏ ਆ 2 ਮਹੀਨੇ ਬਾਅਦ ਜਾਣ ਤੋਂ ਬਾਅਦ ਵਿੱਚ ਮੇਰੀ ਗੱਲ ਫੋਨ 'ਤੇ, ਇਹਨਾਂ ਦੇ ਚਾਚੀ ਉਹਨਾਂ ਦੇ ਫੋਨ 'ਤੇ ਮੈਂ ਇੱਥੇ, ਕਿਉਂਕਿ ਨਾਲ ਇਹਨਾਂ ਦੇ ਡੇਵਰ 'ਚ ਰਹਿੰਦਾ, ਗੁਆਂਢੀ ਆ ਮੈਂ ਇਹਨਾਂ ਦਾ, ਕਿ ਗੱਲ ਕਰਵਾਈ ਸੀ ਇਹਨਾਂ ਨੇ ਆਪਣੇ ਫੋਨ ਤੋਂ ਹੀ। ਤਾਂ ਉਹ ਕਹਿ ਰਿਹਾ ਸੀ ਕਿ ਮੈਂ ਮੈਕਸੀਕੋ ਹੈਗਾ, ਕਿ ਇੱਥੋਂ ਮੈਂ 1 ਘੰਟੇ ਦਾ ਰਸਤਾ ਹੈਗਾ, ਅਮਰੀਕਾ ਆਲਰੇਡੀ ਕਹਿੰਦਾ ਸਾਨੂੰ ਦਿਸ ਰਹੀ ਆ, ਕਿ ਅਸੀਂ 1 ਘੰਟੇ ਦੇ ਵਿੱਚ 2 ਘੰਟੇ 'ਚ ਦਾ ਰਸਤਾ ਹੈਗਾ, ਕਿ ਅਸੀਂ ਪਹੁੰਚ ਜਾਣਾ ਜਲਦੀ। ਪਰ ਉਸ ਤੋਂ ਬਾਅਦ ਵਿੱਚ ਮੇਰੀ ਨਹੀਂ ਗੱਲ ਹੋਈ। ਇਹਨਾਂ ਦੀ ਚਾਚੀ ਉਹਨਾਂ ਦੀ ਪਰਿਵਾਰ ਬੱਚਿਆਂ ਦੀ ਗੱਲ ਹੁੰਦੀ ਰਹੀ ਆ, 1-2 ਮਹੀਨੇ ਬਾਅਦ ਤੱਕ ਵੀ। ਪਰ ਉਸ ਤੋਂ ਬਾਅਦ ਇਹਨਾਂ ਦਾ ਵੀ, ਜਿੱਦਾਂ ਇਹਨਾਂ ਨੇ ਦੱਸਿਆ, ਜਦੋਂ ਅਸੀਂ ਪੁੱਛਦੇ ਸੀ ਕਿ ਪਹੁੰਚ ਗਏ, ਕਿ ਕੋਈ ਆਇਆ ਫੋਨ, ਤਾਂ ਇਹਨਾਂ ਨੇ ਦੱਸਣਾ ਸਾਨੂੰ ਹੌਲੀ ਸ਼ੁਰੂ ਕੀਤਾ ਕਿ ਸਾਡੇ ਨਾਲ ਵੀ ਕੋਈ ਸੰਪਰਕ ਨਹੀਂ ਹੋ ਰਿਹਾ। ਫਿਰ ਬਾਹਰ ਇਹਨਾਂ ਦੇ ਰਿਸ਼ਤੇਦਾਰ ਬ੍ਰਦਰ ਹੈਗੇ ਆ, ਉਹਨਾਂ ਨੇ ਵੀ ਬਾਅਦ 'ਚ ਕੋਸ਼ਿਸ਼ ਕੀਤੀ, ਉੱਥੇ ਵੀ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਵੀ, ਮੈਕਸੀਕੋ ਦੀਆਂ ਜੇਲ੍ਹਾਂ 'ਚ ਵੀ, ਕਿਉਂਕਿ ਉੱਥੇ ਦਾ ਇੱਕ ਇਹ ਵੀ ਸਿਸਟਮ ਆ, ਔਨਲਾਈਨ ਪਤਾ ਲੱਗ ਜਾਂਦਾ ਕਿ ਜੇ ਕੋਈ ਵੀ ਇਨਸਾਨ ਜੇਲ੍ਹ ਦੇ ਵਿੱਚ ਹੋਵੇ, ਕਿ ਅਸੀਂ ਸੋਚਦੇ ਸੀ ਕਿ ਸ਼ਾਇਦ ਉਹ ਕਿਤੇ ਅਰੈਸਟ ਨਾ ਹੋ ਗਏ ਹੋਣ, ਪਰ ਉਹ ਜੇਲ੍ਹਾਂ ਵਿੱਚ ਵੀ ਪਾਏ ਨਹੀਂ ਗਏ ਉੱਥੇ, ਜਿੱਦਾਂ ਸਾਨੂੰ ਦੱਸਿਆ ਰਿਸ਼ਤੇਦਾਰਾਂ ਨੇ, ਜਾਂ ਔਨਲਾਈਨ ਚੈੱਕ ਕੀਤੇ ਤਾਂ ਪਤਾ ਨਹੀਂ ਲੱਗਿਆ ਹੈਗਾ ਜੀ। ਲਈ ਅਸੀਂ ਤਾਂ ਹੁਣ ਇਹੀ ਬੇਨਤੀ ਸਰਕਾਰਾਂ ਨੂੰ, ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹਨਾਂ ਦਾ ਜੇ ਆਪਣੇ ਲੈਵਲ 'ਤੇ ਕੋਈ ਤੁਹਾਡੇ ਚੈਨਲ ਦੇ ਜ਼ਰੀਏ, ਕਿ ਜੇ ਉਹਨਾਂ ਦਾ ਕੋਈ ਪਤਾ ਲੱਗ ਸਕੇ
ਤਾਂ ਪਲੀਜ਼ ਪਰਿਵਾਰ ਦੀ ਮਦਦ ਕਰਨ ਤਾਂ ਜੋ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦਾ ਸਾਥ ਦਿੱਤਾ ਜਾ ਸਕੇ। ਭੈਣ ਜੀ ਜਦੋਂ ਬਲਵੀਰ ਸਿੰਘ ਹੋਰੀ ਜਿਸ ਦਿਨ ਘਰੋਂ ਗਏ ਸੀਗੇ ਉਸ ਦਿਨ ਏਜੰਟ ਲੈਣ ਆਇਆ ਸੀ, ਇੱਥੋਂ ਕੋਈ ਗਰੁੱਪ ਗਿਆ ਸੀ ਜਾਂ ਕਿਸ ਤਰੀਕੇ ਦੇ ਨਾਲ ਉਹ ਆਪ ਗਏ ਸੀ ਦਿੱਲੀ? ਇਹ ਆਪੇ ਗਏ ਸੀ, ਦੋਏ ਸਤਨਾਮ ਤਾਂ ਇਹ ਸੀਗਾ। ਅੱਛਾ, ਸਤਨਾਮ ਸਿੰਘ ਜਿਹੜਾ ਗੁਰਦਾਸਪੁਰ ਵਾਲੇ ਉਹ ਵੀ ਤੁਹਾਡੇ ਘਰ ਆਏ ਇੱਥੋਂ ਫਿਰ ਉਹ ਨਹੀਂ ਨਹੀਂ, ਫਗਵਾੜੇ ਤੋਂ ਇਕੱਠੇ ਹੋਏ ਸੀ ਦੋਏ ਜਣੇ। ਹਾਂਜੀ। ਕਿੰਨਾ ਕੁ ਸਮਾਨ ਨਾਲ ਸੀਗਾ ਉਹਨਾਂ ਦੇ ਕੋਲ ਲੈ ਕੇ ਗਏ ਦੱਸਦੇ ਸੀਗੇ? ਨਹੀਂ, ਥੋੜੇ ਹੀ ਕੱਪੜੇ ਸੀ, ਇਹਦਾ 2-3 ਜੋੜੇ ਸੀ ਕੱਪੜਿਆਂ ਦੇ। ਹਾਂਜੀ, ਦਵਾਈਆਂ ਸੀਗੀਆਂ, ਹੋਰ ਕੁਝ ਨਹੀਂ ਸੀ। ਤੇ ਦਵਾਈਆਂ ਕਿਉਂ ਸੀਗੀਆਂ, ਉਹਨਾਂ ਨੂੰ ਲੋੜ ਸੀਗੀ, ਬਿਮਾਰ ਸੀਗੇ ਜਾਂ? ਨਹੀਂ, ਵੀ ਜਿੱਦਾਂ ਸਿਰ ਦੁਖਦਾ, ਸਰੀਰ ਦੁਖਣ ਲੱਗ ਜਾਂਦਾ ਕਹਿੰਦੇ। ਹਾਂਜੀ। ਜਿਹੜਾ ਰਸਤੇ 'ਚ ਗਏ ਸੀ, ਜਿਹੜਾ ਪਹਿਲਾਂ ਉਹਨਾਂ ਨੇ ਪੂਰਾ ਰਸਤਾ ਮੈਕਸੀਕੋ ਤੱਕ ਪਾਰ ਕੀਤਾ ਸੀ, ਉਹ ਕਿੱਦਾਂ ਦਾ ਦੱਸਦੇ ਸੀਗੇ? ਖਤਰਨਾਕ ਸੀਗਾ ਉਹ ਰਸਤਾ? ਪਲਾਮਾ ਦਾ ਜੰਗਲ ਬਹੁਤ ਕਹਿੰਦੇ ਖਤਰਨਾਕ ਆ। 5-6 ਦਿਨ ਲੱਗ ਗਏ ਜਾਣੀ ਕਿ ਜੰਗਲ ਚੋਂ ਨਿਕਲਦਿਆਂ ਨੂੰ। ਤਾਂ ਉਹਨਾਂ ਨੂੰ ਜਿੱਦਾਂ ਚੋਰਾਂ ਨੇ ਜਿੱਦਾਂ ਫੜ ਲਿਆ, ਉਹਨਾਂ ਦੇ ਕੱਪੜੇ ਵੀ ਲਾ ਲਏ, ਸਾਰਾ ਕੁਝ ਲੈ ਲਿਆ। ਹਾਂਜੀ। ਫਿਰ ਉਸ ਤੋਂ ਅੱਗੇ ਫਿਰ ਉਹਨਾਂ ਤੋਂ ਕਿਵੇਂ ਛੁੱਟ ਕੇ ਅੱਗੇ ਕਿੱਥੇ ਕਿਹਨਾਂ ਨੇ ਲਏ ਉਹਨਾਂ ਨੂੰ ਰਿਸੀਵ ਕੀਤਾ? ਮੋਰੇ ਜਿੱਦਾਂ ਏਜੰਟ ਮੋਰੇ ਖੜੇ ਸੀ ਇੱਕ ਦੂਜੇ ਦੀ। ਹਾਂਜੀ। ਕੀ ਕਹਿ ਕੇ ਗਏ ਸੀ ਘਰੋਂ? ਇੱਕ ਸੁਪਨਾ ਵੀ ਦੇਖਿਆ ਹੋਊਗਾ ਉਹਨਾਂ ਨੇ, ਅਮਰੀਕਾ ਜਾਵਾਂਗੇ, ਅਸੀਂ ਆਪਣੇ ਘਰ ਦੀ ਹਾਲਤ ਸੁਧਾਰਾਂਗੇ, ਬੱਚੇ ਨੇ, ਬੱਚਿਆਂ ਦੀ ਪੜ੍ਹਾਈ ਵਧੀਆ ਕਰਾਵਾਂਗੇ। ਹਾਂਜੀ, ਬਸ ਮੁੰਡੇ ਦਾ ਹੀ ਸੀ ਫਿਕਰ ਵੀ ਮੇਰਾ ਮੁੰਡਾ ਠੀਕ ਹੋ ਜਾਵੇ, ਇਹ ਤੋਂ ਕੰਮ ਨਹੀਂ ਹੋਣਾ ਹੈਗਾ। ਮੈਂ ਇਹੀ ਦੇਖਦਾ ਆ ਵੀ ਇਹ ਠੀਕ ਠਾਕ ਰਵੇ, ਬਸ ਇਹਨਾਂ ਦੀ ਖੁਸ਼ੀ ਲੈ ਗਿਆ। ਪੜ੍ਹਦੇ ਨੇ ਦੋਨੋਂ ਬੱਚੇ? ਕਿਹੜੀ ਕਲਾਸ ਪੜ੍ਹਦੇ ਨੇ? ਹਾਂਜੀ ਭਾਈ, ਮੁੰਡਾ 10ਵੀਂ 'ਚ ਆ, ਕੁੜੀ 12ਵੀਂ 'ਚ ਹੋ ਕੇ ਹਟੀ ਆ। ਦੋਨੋਂ ਲਗਾਤਾਰ ਪੜ੍ਹ ਵੀ ਰਹੇ ਨੇ। ਤੇ ਜ਼ਮੀਨ ਜਾਇਦਾਦ ਕੁਝ ਹੈ ਤੁਹਾਡਾ ਜਿੱਥੋਂ ਗੁਜ਼ਾਰਾ ਪਰਿਵਾਰ ਦਾ ਚੱਲਦਾ? ਨਹੀਂ ਭਾਜੀ। ਆਪਣੇ ਤੁਹਾਡੇ ਜਿਹੜੇ ਬ੍ਰਦਰ ਨੇ ਉਹ ਸਾਰੇ ਕਿੱਥੇ ਨੇ ਰਹਿੰਦੇ? ਇੱਕ ਇੰਡੀਆ, ਇੱਕ ਬਾਹਰ ਆ ਅਮਰੀਕਾ 'ਚ। ਉਹਨਾਂ ਨੇ ਵੀ ਮਦਦ ਕੀਤੀ ਹੋਊਗੀ ਫਿਰ, ਉਹ ਕਰ ਰਹੇ ਕੋਸ਼ਿਸ਼ ਉੱਥੇ ਪਤਾ ਕਰਨ? ਹਾਂਜੀ। ਬਲਵੀਰ ਸਿੰਘ ਦੇ ਬੇਟਾ ਵੀ ਸਾਡੇ ਨਾਲ ਹੈ। ਬੇਟਾ ਕੀ ਨਾਂ ਤੁਹਾਡਾ? ਮਨੀਸ਼ ਭਾਟੀਆ। ਮਨੀਸ਼, ਪਾਪਾ ਦੇ ਨਾਲ ਕਦੋਂ ਗੱਲ ਹੋਈ ਤੁਹਾਡੀ ਲਾਸਟ? 19 ਨਵੰਬਰ 2019 ਨੂੰ ਹੋਈ। ਕੀ ਕਹਿੰਦੇ ਸੀ ਉਦੋਂ? ਇਹ ਮੇਰੇ ਨਾਲ ਹੋਈ, ਕਹਿੰਦੇ ਕਿ ਮਨੀਸ਼ ਮੈਂ ਚੱਲਾ ਆ, ਥੋੜ੍ਹੇ ਟਾਈਮ ਦਾ ਰਸਤਾ ਆ, ਇਹ ਜਦ 2-3 ਦਿਨ ਨਾ ਫੋਨ ਆਇਆ ਟੈਨਸ਼ਨ ਨਾ ਲਿਓ ਤੁਸੀਂ, ਤਾਂ ਮੰਮਾ ਨੂੰ ਹੌਸਲਾ ਦਿਓ। ਇਹੀ ਹੋਈ ਲਾਸਟ ਟਾਈਮ ਗੱਲ। ਵੀਡੀਓ ਕਾਲ ਕਰਦੇ ਸੀਗੇ ਜਦੋਂ ਅਕਸਰ ਰਾਹ ਦੇ ਵਿੱਚੋਂ ਜਾਂਦੇ ਸੀਗੇ, ਜਿੱਥੋਂ ਤੱਕ ਪਹੁੰਚੇ ਸਾਰੇ ਉਹਨਾਂ ਨੇ ਜਿਹੜੇ ਰਸਤੇ ਪਾਰ ਕੀਤੇ? ਹਾਂਜੀ ਹਾਂਜੀ ਕਰਦੇ ਸੀ। ਇਹ ਲਾਸਟ ਟਾਈਮ ਉਦੋਂ ਹੀ ਆਈ ਆ ਕਾਲ ਰਾਤ ਨੂੰ। ਤੁਹਾਨੂੰ ਕੀ ਪ੍ਰੋਬਲਮ ਹੈ ਸਰੀਰਕ ਤੌਰ ਦੇ ਉੱਤੇ? ਹੈ ਕੋਈ ਪ੍ਰੋਬਲਮ? ਡਾਇਬਟੀਜ਼ ਆ ਮੈਨੂੰ, ਟਾਈਪ ਏ ਡਾਇਬਟੀਜ਼। ਕਿੰਨੀ ਦੇਰ ਹੋ ਗਈ? ਮੈਨੂੰ 5 ਸਾਲ ਹੋ ਗਿਆ। ਤਕਲੀਫ ਹੁੰਦੀ ਹੈ ਉਹਦੇ ਨਾਲ? ਨਹੀਂ, ਇੰਜੈਕਸ਼ਨ ਹੀ ਲੱਗਦਾ ਬਸ। ਹਾਂਜੀ ਰੋਜ਼ ਇੰਜੈਕਸ਼ਨ ਲਾਉਣਾ ਪੈਂਦਾ? ਹਾਂਜੀ 3 ਟਾਈਮ। ਕਿੰਨਾ ਖਰਚਾ ਆਉਂਦਾ ਜਿਹੜਾ ਇਲਾਜ ਚੱਲ ਰਿਹਾ ਇਹਨਾਂ ਦਾ? ਜਦੋਂ ਬੇਹੋਸ਼ ਹੋ ਜਾਂਦਾ ਆ ਫਿਰ ਲੁਧਿਆਣੇ ਨੂੰ ਲੈ ਕੇ ਜਾਣਾ ਪੈਂਦਾ, ਫਿਰ 17,000 ਰੁਪਈਆ ਯਾਨੀ ਕਿ 70-80 ਲੱਗ ਜਾਂਦਾ ਆ 7 ਦਿਨਾਂ ਦਾ। ਹਾਂਜੀ। ਪਾਪਾ ਦੇ ਨਾਲ ਗੱਲ ਕਰਦੇ ਤੁਸੀਂ ਬਹੁਤ ਸਾਰੀਆਂ ਗੱਲਾਂ ਵੀ ਕੀਤੀਆਂ ਹੋਣਗੀਆਂ, ਪਾਪਾ ਅਮਰੀਕਾ ਪਹੁੰਚ ਜਾਓਗੇ, ਮੈਨੂੰ ਆਹ ਚੀਜ਼ ਭੇਜਿਓ, ਇੱਦਾਂ ਕਰੋਗੇ, ਆਪਾਂ ਇੱਦਾਂ ਪਲਾਨਸ ਬੜੇ ਬੱਚਿਆਂ ਦੇ ਹੁੰਦੇ ਆਪਣੇ ਮਾਪਿਓ ਦੇ ਨਾਲ, ਹੁੰਦੀਆਂ ਸੀ ਇੱਦਾਂ ਦੀਆਂ ਗੱਲਾਂ? ਹਾਂਜੀ ਹੁੰਦੀਆਂ ਸੀ। ਕੀ ਕਹਿੰਦੇ ਸੀ ਪਾਪਾ? ਪਾਪਾ ਕਹਿੰਦੇ ਸੀ ਤੈਨੂੰ ਬਸ ਬਾਹਰ ਭੇਜਣਾ ਆ, ਤਾਂ ਇਹੀ ਕਹਿੰਦੇ ਸੀ। ਕਿਹੜੀ ਕਲਾਸ ਪੜ੍ਹਦੇ? ਮੈਂ 10th ਵਿੱਚ ਪੜ੍ਹਦਾ। ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਨੂੰ, ਜਾਂ ਕੋਈ ਮੈਕਸੀਕੋ ਦੇ ਵਿੱਚ ਬੈਠਾ ਹੈ ਜਾਂ ਕੋਈ ਅਮਰੀਕਾ ਦੇ ਵਿੱਚ ਬੈਠਾ ਹੈ, ਵੀ ਤੁਹਾਡੇ ਪਿਤਾ ਜੀ ਨੂੰ ਲੱਭਣ ਦੇ ਵਿੱਚ ਕੋਈ ਮਦਦ ਕਰ ਸਕੇ? ਹਾਂਜੀ, ਮੈਂ ਪਲੀਜ਼ ਰਿਕੁਐਸਟ ਹੀ ਕਰਦਾ ਸਾਰਿਆਂ ਮੂਹਰੇ, ਜੋ ਵੀ ਕੋਈ ਦੇਖ ਰਿਹਾ ਆ, ਕਿ ਮੇਰੇ ਪਾਪਾ ਦਾ ਪਲੀਜ਼ ਕੋਈ ਹੈਲਪ ਕਰੋ, ਕਿ ਕੋਈ ਜਾਣਦਾ ਕਿਸੇ ਨੂੰ, ਪਲੀਜ਼ ਕਰੋ ਹੈਲਪ। ਜਿਵੇਂ ਇਹ ਰਸਤਾ ਪਤਾ ਸੀਗਾ ਪਾਪਾ ਨੂੰ ਵੀ ਇੰਨਾ ਖਤਰਨਾਕ ਰਸਤਾ ਹੈ, ਜਿਸ ਰਸਤੇ ਦੇ ਵਿੱਚੋਂ ਜਿਸ ਤਰੀਕੇ ਨਾਲ ਲੰਘ ਕੇ ਜਾਣਾ, ਪਾਪਾ ਗੱਲ ਵੀ ਕਰਦੇ ਹੋਣਗੇ ਉਦੋਂ? ਕਰਦੇ ਸੀ। ਜਿੱਦਾਂ ਇੱਥੋਂ ਜਦੋਂ ਗਏ ਆ ਤਾਂ ਏਜੰਟ ਨੇ ਇਹੀ ਦੱਸਿਆ ਕਿ 1 ਮੰਥ ਦੇ ਵਿੱਚ ਪਹੁੰਚ ਜਾਣਾ ਆ, ਤਾਂ ਨੋਰਮਲੀ ਪਹੁੰਚਣਗੇ ਜਿੱਦਾਂ ਗਏ ਆ, ਸੌਖੇ ਪਹੁੰਚ ਜਾਣਗੇ, ਪਰ ਇਹ ਔਖੇ ਹੀ ਗਏ ਇੱਦਾਂ। ਪਹਿਲਾਂ ਹਰ ਰੋਜ਼ ਗੱਲ ਹੁੰਦੀ ਸੀ ਜਦੋਂ ਰਾਹ ਦੇ ਵਿੱਚ ਜਾਂਦੇ? ਇਹ ਹਰ ਰੋਜ਼ ਤਾਂ ਨਹੀਂ ਹੁੰਦੀ ਸੀ, ਜਿੱਦਾਂ ਮਤਲਬ ਕਿ ਜਦੋਂ ਸਟੇ ਹੁੰਦੀ ਸੀ ਉਦੋਂ ਕਰ ਲੈਂਦੇ ਸੀ ਡੇਲੀ, ਇਹ ਜਾਂਦੇ ਸੀ ਉਦੋਂ 3-4 ਦਿਨਾਂ ਬਾਅਦ 'ਚ ਹੁੰਦੀ ਸੀ। ਠੀਕ ਸੀ ਉਦੋਂ ਪਰਿਵਾਰ ਸਾਰਾ ਉੱਥੇ? ਖੁਦ ਵੀ ਠੀਕ ਸੀਗੇ? ਸਾਰੀ ਖੁਸ਼ੀ ਗੱਲ ਕਰਦੇ ਸੀ? ਹਾਂਜੀ ਜਦ ਲਾਸਟ ਟਾਈਮ ਪਨਾਮਾ ਦਾ ਜੰਗਲ ਪਾਰ ਕੀਤਾ ਉਦੋਂ ਥੋੜ੍ਹੇ ਮਾੜੇ ਹੋਏ ਸੀ। ਤਸਵੀਰਾਂ ਉਹਨਾਂ ਨੇ ਭੇਜੀਆਂ ਸੀ, ਫੋਟੋਜ਼ ਭੇਜੀਆਂ? ਹਾਂਜੀ ਵੀਡੀਓ ਕਾਲ ਵੀ ਕਰਦੇ ਹੋ? ਹਾਂਜੀ ਵੀਡੀਓ ਕਾਲ ਵੀ ਕਰਦੇ ਸੀ। ਕੀ ਫਰਕ ਪਿਆ ਸੀ? ਕਾਫੀ ਸਿਹਤ ਨੂੰ ਵੀ ਮਾੜੇ ਪਏ ਸੀ, ਤਾਂ ਚਿਹਰਾ ਵੀ ਬਹੁਤ ਹੋਰ ਤਰ੍ਹਾਂ ਹੋ ਗਿਆ ਸੀ ਮਤਲਬ। ਤਾਂ ਇਹ ਬੱਚਾ ਹੈ ਆਪਣੇ ਪਿਤਾ ਨੂੰ ਮਿਲਣ ਦੇ ਲਈ ਤਰਸ ਰਿਹਾ ਹੈ, ਅਪੀਲ ਕਰ ਰਿਹਾ ਹੈ ਕਿ ਸਰਕਾਰਾਂ ਚਾਹੇ ਕੋਈ ਵੀ ਜਿੱਥੇ ਮਰਜ਼ੀ ਬੈਠਾ ਹੋਵੇ, ਅਮਰੀਕਾ ਮੈਕਸੀਕੋ ਦੇ ਵਿੱਚ ਬੈਠਾ ਹੋਵੇ, ਜੇਕਰ ਉਹ
ਉਹਨਾਂ ਦੇ ਪਿਤਾ ਨੂੰ ਲੱਭ ਕੇ ਇਹਨਾਂ ਤੱਕ ਕੋਈ ਖਬਰ ਸੁਨੇਹਾ ਪਹੁੰਚਾ ਸਕਣ ਤਾਂ ਬਹੁਤ ਧੰਨਵਾਦੀ ਹੋਵਾਂਗਾ। ਹੱਥ ਜੋੜ ਕੇ ਅਪੀਲ ਕਰ ਰਿਹਾ ਹੈ ਨੌਜਵਾਨ। ਬਜ਼ੁਰਗੋ, ਜਿਸ ਪ੍ਰਕਾਰ ਅੱਜ ਸਾਡੇ ਨੌਜਵਾਨ ਇਹ ਰਸਤਾ ਅਪਣਾ ਰਹੇ ਨੇ, ਬੜਾ ਖਤਰਨਾਕ ਰਸਤਾ ਹੈ, ਬੇਹੱਦ ਖਤਰਾ ਇਹਦੇ ਉੱਤੇ ਜਾਨ ਵੀ ਜਾਂਦੀ ਹੈ ਨੌਜਵਾਨਾਂ ਦੀ। ਕਈ ਵਾਰ ਲੱਗਦਾ ਹੈ ਪੰਜਾਬ ਦੇ ਵਿੱਚ ਸਰਕਾਰਾਂ ਦੇ ਕੋਲੋਂ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾ ਰਿਹਾ। ਜਿਸ ਸਰ ਜੀ ਇੱਥੇ ਸਾਡੀਆਂ ਸਰਕਾਰਾਂ ਸਹੀ ਹੋਣ, ਸਹੀ ਤਰੀਕੇ ਨਾਲ ਸਾਡੇ ਬੱਚਿਆਂ ਦੀ ਦੇਖਭਾਲ ਕਰ ਦੇਣ, ਬੱਚੇ ਪੜ੍ਹ ਲਿਖ ਕੇ ਕਿਉਂ ਬਾਹਰ ਜਾਣ। ਅਗਰ ਇੱਥੇ ਇਹਨਾਂ ਨੂੰ ਰੁਜ਼ਗਾਰ ਵਧੀਆ ਮਿਲਦਾ ਇਹਨਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਾ ਪਵੇ, ਕਿਉਂਕਿ ਜਿਹੜੀਆਂ ਸਾਡੀਆਂ ਸਰਕਾਰਾਂ ਨਕਮੀਆਂ ਸਰਕਾਰਾਂ ਨੇ ਜਿਹੜੀਆਂ ਕਿ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੀਆਂ, ਔਰ ਬੱਚੇ ਸਾਡੇ ਕੋਲੋਂ ਹੱਥਾਂ ਤੋਂ ਵਿੱਚ ਨਿਕਲ ਜਾਂਦੇ, ਜਾਨਾਂ ਗਵਾ ਲੈਂਦੇ ਨੇ। ਇਹ ਸਰਕਾਰਾਂ ਦੀ ਨਾਕਾਮੀ ਹੈ। ਜੇ ਸਰਕਾਰਾਂ ਸਹੀ ਹੋਣ ਨਾ ਤਾਂ ਕੁਝ ਵੀ ਨਹੀਂ ਵਿਗੜ ਸਕਦਾ, ਬਾਹਰ ਜਾਣ ਦੀ ਜ਼ਰੂਰਤ ਨਾ ਪਵੇ, ਸਾਡਾ ਇੰਡੀਆ ਵਿੱਚ ਹੀ ਸਭ ਕੁਝ ਮਿਲ ਸਕਦਾ ਇਹਨਾਂ ਨੂੰ। ਜਦੋਂ ਬਲਵੀਰ ਸਿੰਘ ਇੱਥੇ ਸੀਗੇ ਉਦੋਂ ਕਿੰਨਾ ਕੁ ਕਮਾ ਲੈਂਦੇ ਸੀਗੇ ਮਹੀਨੇ ਦਾ ਰਾਜ ਮਿਸਤਰੀ ਦਾ ਕੰਮ ਕਰਕੇ? ਇੱਕ ਦਿਨ ਦਾ 500 ਰੁਪਏ ਲੈਂਦੇ ਸੀ ਭਾਜੀ। ਹਾਂਜੀ ਘਰ ਦਾ ਗੁਜ਼ਾਰਾ ਚੱਲ ਜਾਂਦਾ ਸੀ ਉਹਦੇ ਨਾਲ? ਹਾਂਜੀ, ਬਹੁਤ ਔਖਾ ਚੱਲਦਾ ਸੀ ਭਾਜੀ। ਹਾਂਜੀ, ਸਿਰਫ ਆਪਣੇ ਪੁੱਤ ਦੀ ਖਾਤਰ ਉਹਨਾਂ ਨੇ ਇਹ ਸਾਰਾ ਰਿਸਕ ਜ਼ਿੰਦਗੀ ਦਾ ਲਿਆ। ਤਾਂ ਤੁਸੀਂ ਬਹੁਤ ਸਾਰੇ ਅੱਜ ਪੰਜਾਬ ਦੇ ਨੌਜਵਾਨ ਚੰਗਾ ਭਵਿੱਖ ਬਣਾਉਣ ਦੇ ਲਈ ਘਰੋਂ ਤਾਂ ਜਾਂਦੇ ਨੇ, ਪਰ ਏਜੰਟ ਕਈ ਵਾਰ ਸੁਪਨੇ ਬਹੁਤ ਸੋਹਣੇ ਦਿਖਾਉਂਦੇ ਨੇ, ਚਕਾਚੌਂਧ ਦੀ ਜ਼ਿੰਦਗੀ ਦਿਖਾਉਂਦੇ ਨੇ, ਔਰ ਇੱਕ ਬੜਾ ਸ਼ਬਦਾਂ ਦੇ ਵਿੱਚ ਬਿਆਨ ਕਰਦੇ ਨੇ ਵੀ ਅੱਜ ਤੂੰ ਚੱਲਿਆ ਤੇ 15 ਦਿਨਾਂ ਨੂੰ ਤੈਨੂੰ ਅਮਰੀਕਾ ਪਹੁੰਚਾ ਦੇਣਾ ਹੈ ਔਰ ਤੂੰ ਸਿੱਧੀ ਫਲਾਈਟ 'ਤੇ ਜਾਣਾ। ਪਰ ਉਹ ਸਿੱਧੀ ਫਲਾਈਟ ਦੇ ਨਤੀਜੇ ਕਿੱਦਾਂ ਦੇ ਹੁੰਦੇ ਨੇ, ਅਸਲ ਦੇ ਵਿੱਚ ਉਹ ਸਿੱਧੀ ਫਲਾਈਟ ਕਿਸ ਤਰੀਕੇ ਦੀ ਹੈ, ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਜਾਨ ਨੂੰ ਜੋਖਿਮ 'ਚ ਪਾਉਂਦੇ ਨੇ। ਇਸ ਪਰਿਵਾਰ ਦੇ ਵਿੱਚ ਇਸ ਪਤਨੀ ਦੇ ਹੰਝੂ, ਇਸ ਮਾਂ ਦੇ ਹੰਝੂ ਤੁਸੀਂ ਦੇਖ ਕੇ ਸਾਫ਼ ਅੰਦਾਜ਼ਾ ਲਗਾ ਸਕਦੇ ਹੋ। ਇੱਕ ਪੁੱਤ ਦੱਸ ਰਿਹਾ ਵੀ ਜਦੋਂ ਪਨਾਮਾ ਦੇ ਜੰਗਲਾਂ 'ਚੋਂ ਪਿਤਾ ਜੀ ਨਿਕਲ ਕੇ ਅਗਲੇ ਸਟੇਸ਼ਨ 'ਤੇ ਪਹੁੰਚੇ ਤਾਂ ਉੱਥੇ ਫੋਨ ਦੇ ਉੱਤੇ ਗੱਲ ਕੀਤੀ ਤਾਂ ਉਹਨਾਂ ਦੀ ਚਿਹਰੇ ਦੇ ਹਾਵ ਭਾਵ ਬਦਲੇ ਹੋਏ ਸੀਗੇ, ਚਿਹਰਾ ਬਦਲਿਆ ਪਿਆ ਸੀ, ਸਰੀਰਕ ਤੌਰ ਦੇ ਉੱਤੇ ਬਹੁਤ ਕਮਜ਼ੋਰੀ ਆ ਚੁੱਕੀ ਸੀ। ਅੰਦਾਜ਼ਾ ਲਗਾ ਸਕਦੇ ਹੋ ਵੀ ਕਿਹੜੇ ਹਾਲਾਤਾਂ ਦੇ ਵਿੱਚੋਂ 5-5 6-6 ਦਿਨ ਚੱਲ ਕੇ ਇਹ ਨੌਜਵਾਨ ਜੰਗਲਾਂ ਨੂੰ ਪਾਰ ਕਰਦੇ ਨੇ ਔਰ ਜ਼ਿੰਦਗੀ ਨੂੰ ਰਿਸਕ 'ਤੇ ਪਾਉਂਦੇ ਨੇ। ਭਾਜੀ, ਜਿਸ ਤਰੀਕੇ ਦੇ ਨਾਲ ਅੱਜ ਏਜੰਟ ਪਰਿਵਾਰਾਂ ਦਾ ਦੁੱਖ ਨਹੀਂ ਦੇਖ ਰਹੇ, ਅੱਜ ਇੱਕ ਪਰਿਵਾਰ ਲਗਾਤਾਰ ਉਸੇ ਏਜੰਟ ਨੂੰ ਫੋਨ ਕਰ ਰਿਹਾ ਪਰ ਏਜੰਟ ਕੋਈ ਜਵਾਬ ਨਹੀਂ ਦੇ ਰਿਹਾ, ਲੱਗਦਾ ਵੀ ਏਜੰਟ ਵੀ ਠੱਗੀ ਦੇ ਪੂਰੇ ਬੈਠੇ ਹੋਏ ਨੇ ਅੱਡੇ ਬਣਾ ਕੇ ਇਹਨਾਂ ਨੌਜਵਾਨਾਂ ਨੂੰ ਸੁਪਨੇ ਦਿਖਾ ਦਿੰਦੇ ਨੇ। ਭਾਜੀ ਜਿਹੜਾ ਨਾ ਇਹ ਏਜੰਟ ਹੈਗੇ ਆ, ਜੇ ਤਾਂ ਇਹ ਪਰਮਾਨੈਂਟ ਕੋਈ ਇਹਨਾਂ ਦੇ ਆਫਿਸ ਜਾਂ ਇਹਨਾਂ ਦੇ ਕੋਈ ਲਿੰਕ ਵਿੱਚ ਆਪਾਂ ਪੱਕੇ ਤੌਰ 'ਤੇ ਹੋ ਕੇ ਕੋਈ ਏਜੰਟ ਨਾਲ ਗੱਲ ਕਰਦੇ ਆ ਫਿਰ ਤਾਂ ਠੀਕ ਹੈ, ਨਹੀਂ ਤਾਂ ਇਹ ਵੱਡੀਆਂ ਵੱਡੀਆਂ ਗੱਲਾਂ ਕਰਕੇ ਜਿੱਦਾਂ ਤੁਸੀਂ ਪਹਿਲਾਂ ਵੀ ਦੱਸ ਕੇ ਹਟੇ ਆ ਕਿ ਨੌਜਵਾਨਾਂ ਨੂੰ ਗੁੰਮਰਾਹ ਕਰ ਲੈਂਦੇ ਆ, ਪਰਿਵਾਰਾਂ ਨੂੰ ਗੁੰਮਰਾਹ ਕਰਕੇ ਉੱਥੇ 1 ਮਹੀਨੇ ਦਾ ਲਾਰਾ ਲਾ ਕੇ ਜਾਂ ਸਿੱਧੀਆਂ ਫਲਾਈਟਾਂ ਦਾ ਲਾਰਾ ਲਾ ਕੇ ਨੌਜਵਾਨਾਂ ਨੂੰ ਲੈ ਜਾਂਦੇ ਆ। ਪਰ ਜੋ ਰਸਤੇ ਦੀ ਹਕੀਕਤ ਆ, ਜੋ ਸਾਡੇ ਛੋਟੇ ਵੀਰ ਮਨੀਸ਼ ਨੇ ਦੱਸੀ ਆ ਜਾਂ ਇਸ ਪਰਿਵਾਰ ਨਾਲ ਉਹ ਜਿੱਦਾਂ ਸ਼ੇਅਰ ਸਾਡੇ ਚਾਚਾ ਜੀ ਕਰਦੇ ਰਹੇ ਆ, ਇਹੀ ਆ ਜੀ ਕਿ ਮੈਂ ਅੱਜ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਸਰੋਤਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਆਪਣੇ ਪਰਿਵਾਰ ਦੇ ਨੌਜਵਾਨਾਂ ਨੂੰ ਕਹੋ ਕਿ ਇੱਥੇ ਹੀ ਕੋਈ ਚੰਗੇ ਕੰਮ ਧੰਦੇ ਕਰਕੇ ਆਪਣੇ ਪਰਿਵਾਰਾਂ ਦੇ ਵਿੱਚ ਰਹਿ ਕੇ ਕੋਸ਼ਿਸ਼ ਕਰੋ। ਜੇ ਜਾਣਾ ਵੀ ਆ ਤਾਂ ਸਟੱਡੀ ਬੇਸ 'ਤੇ ਜਾਂ ਕੋਈ ਸਹੀ ਰਸਤੇ ਦੇ ਰਾਹੀਂ ਜਾਣ ਦੀ ਕੋਸ਼ਿਸ਼ ਕਰੋ ਕਿ ਇਹੋ ਜਿਹੇ ਰਸਤਿਆਂ ਰਾਹੀਂ ਜਾਣ ਦਾ ਕਦੀ ਵੀ ਸੋਚੋ ਵੀ ਨਾ ਕਿ ਜਿੱਥੇ ਬੰਦੇ ਦਾ ਜਾਨੀ ਨੁਕਸਾਨ ਔਰ ਪਰਿਵਾਰ ਦਾ ਇੱਕ ਬਹੁਤ ਵੱਡਾ ਨੁਕਸਾਨ ਹੁੰਦਾ, ਉੱਥੇ ਮਾਲੀ ਤੌਰ 'ਤੇ ਵੀ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਔਰ ਪਰਿਵਾਰ ਸਾਰੀ ਜ਼ਿੰਦਗੀ ਉੱਠ ਨਹੀਂ ਸਕਦਾ। ਜਿੱਥੇ ਬੰਦਾ ਚਲੇ ਜਾਂਦਾ ਉੱਥੇ ਨਾਲ ਦੀ ਨਾਲ ਇਹ ਏਜੰਟ ਪੈਸੇ ਦੀ ਵੀ ਠੱਗੀ ਮਾਰ ਕੇ ਭੱਜ ਜਾਂਦੇ ਆ ਔਰ ਕੁਛ ਪਤਾ ਵੀ ਨਹੀਂ ਲੱਗਦਾ ਕਿ ਅੱਜ ਇਸ ਪਰਿਵਾਰ ਨਾਲ ਇਹੀ ਕੁਛ ਹੋਇਆ। ਜਿੱਥੇ ਬੱਚੇ ਨੂੰ ਆਪਣੇ ਪਿਤਾ ਦਾ ਨਹੀਂ ਪਤਾ ਲੱਗ ਰਿਹਾ, ਵਾਈਫ ਨੂੰ ਆਪਣੇ ਹਸਬੈਂਡ ਦਾ ਨਹੀਂ ਪਤਾ ਲੱਗ ਰਿਹਾ, ਉੱਥੇ ਪੈਸੇ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਗਿਆ ਔਰ ਇਸ ਪਰਿਵਾਰ ਦੇ ਲਈ ਇਸ ਤੋਂ ਵੱਡੀ ਦੁੱਖ ਵਾਲੀ ਗੱਲ ਨਹੀਂ। ਮੈਂ ਇਹ ਵੀ ਇਸੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਫਿਰ ਦੁਬਾਰਾ ਬੇਨਤੀ ਕਰਦਾ ਕਿ ਇਹੋ ਜਿਹੇ ਰਸਤਿਆਂ ਰਾਹੀਂ ਨੌਜਵਾਨਾਂ ਨੂੰ ਕਦੀ ਵੀ ਬਾਹਰ ਵਿਦੇਸ਼ ਵਿੱਚ ਨਹੀਂ ਜਾਣਾ। ਕਿਤੇ ਨਾ ਕਿਤੇ ਮੈਨੂੰ ਲੱਗਦਾ ਸਾਡੀਆਂ ਸਰਕਾਰਾਂ ਵੀ ਜ਼ਿੰਮੇਵਾਰ ਨੇ ਵੀ ਇਹ ਜਿਹੇ ਜਿਹੜੇ ਏਜੰਟ ਠੱਗ ਏਜੰਟ ਨੇ ਉਹ ਆਪਣੇ ਅੱਡੇ ਲਾ ਕੇ ਬੈਠੇ ਨੇ ਔਰ ਸਰਕਾਰਾਂ ਦੀਆਂ ਨਿਗਾਹ ਤੋਂ ਲੁੱਕ ਕੇ ਬੈਠੇ ਨੇ, ਸ਼ਰੇਆਮ ਲੋਕਾਂ ਦੇ ਨਾਲ ਠੱਗੀਆਂ ਮਾਰ ਰਹੇ ਨੇ। ਦੇਖੋ ਪੰਜਾਬ ਦੇ ਵਿੱਚ ਇਹ ਬਹੁਤ ਕੇਸ ਆਏ ਆ, ਕਈ ਏਜੰਟਾਂ ਨੂੰ ਅਸੀਂ ਫੜ ਕੇ ਆਪ ਵੀ, ਮੈਂ ਕਿਉਂਕਿ ਮੈਂ ਸਮਾਜਿਕ ਤੌਰ 'ਤੇ ਵਿਚਰਦਾ, ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੀਦਾ, ਕਈ ਏਜੰਟਾਂ 'ਤੇ ਇਹਦਾ ਗਲਤ ਜਿਹੜੇ ਏਜੰਟ ਅੜਕੇ ਹੁਣ ਕੇਸ ਵਿੱਚ ਤਾਂ ਸਾਨੂੰ ਚੈਨ ਹੀ ਨਹੀਂ ਮਿਲ ਰਹੀ ਕਿ ਕਿੱਥੇ ਕੌਣ ਏਜੰਟ ਸੀ ਕੌਣ ਨਹੀਂ, ਸਾਨੂੰ ਪਤਾ ਹੀ ਨਹੀਂ ਅੱਜ ਤੱਕ ਲੱਗਿਆ ਔਰ ਕਿੱਥੋਂ ਪੈਸੇ ਕਿੱਦਾਂ ਉਹਨਾਂ ਨੇ ਲੈ ਦਿੱਤੇ ਸਾਨੂੰ ਨਹੀਂ ਇਹਦੇ ਬਾਰੇ ਪਤਾ ਨਹੀਂ ਲੱਗ ਰਿਹਾ
ਕਿ ਪਰ ਏਜੰਟਾਂ ਨੂੰ ਕਈਆਂ ਨੂੰ ਅਸੀਂ ਜੇ ਪਰਚੇ ਵੀ ਕਰਵਾਏ ਆ, ਪਰ ਫਿਰ ਵੀ ਮੈਂ ਦੇਖਿਆ ਇੱਥੇ ਦਾ ਇੰਡੀਆ ਦਾ ਲਾਅ ਆ ਕਿ ਉਹ ਜੇ ਪਰਚਾ ਵੀ ਹੋ ਜਾਂਦਾ ਬੰਦਾ ਵਾਪਸ ਵੀ ਆ ਗਿਆ ਜਾਂ ਬੰਦਾ ਬਾਹਰ ਵੀ ਨਹੀਂ ਪਤਾ ਲੱਗ ਰਿਹਾ, ਏਜੰਟ ਬੇਲਾਂ ਕਰਾ ਲੈਂਦੇ ਆ, ਬੇਲਾਂ ਕਰਾ ਕੇ ਫਿਰ ਸ਼ਰੇਆਮ ਘੁੰਮ ਰਹੇ ਆ, ਉਹ ਲੋਕਾਂ ਨਾਲ ਦੂਜਿਆਂ ਨਾਲ ਫਿਰ ਠੱਗੀਆਂ। ਕਿਤੇ ਨਾ ਕਿਤੇ ਮੈਂ ਇਹ ਬੇਨਤੀ ਫਿਰ ਦੁਬਾਰਾ ਸਰਕਾਰਾਂ ਨੂੰ ਕਰਨਾ ਚਾਹੁੰਦਾ, ਇਸ ਸੰਬੰਧੀ ਕੋਈ ਸਖਤ ਕਾਨੂੰਨ ਬਣਾਏ ਜਾਣ ਕਿ ਜਿਹੜੇ ਇਹੋ ਜਿਹੇ ਠੱਗੀਆਂ ਕਰਦੇ ਆ ਔਰ ਇਹੋ ਜਿਹੇ ਕੰਮ ਕਰਕੇ ਨੌਜਵਾਨਾਂ ਦੀ ਔਰ ਪੰਜਾਬ ਦੇ ਪਰਿਵਾਰਾਂ ਦੀ ਜ਼ਿੰਦਗੀ ਖਰਾਬ ਕਰਦੇ ਆ, ਕਿ ਇਹਨਾਂ ਲਈ ਕੋਈ ਸਖਤ ਕਾਨੂੰਨ ਬਣਾ ਕੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਪਰ ਇਹ ਪੂਰੇ ਕੇਸ ਦੀ ਗੱਲ ਕਰੀਏ ਤਾਂ ਇੱਕ ਚੇਨ ਨਹੀਂ ਜੁੜ ਰਹੀ ਵੀ ਉਹ ਬੰਦਾ ਕੌਣ ਸੀਗਾ ਜਿਹੜਾ ਘਰੋਂ ਇਹਨਾਂ ਨੂੰ ਇਹਨਾਂ ਦੇ ਸੁਪਨੇ ਦਿਖਾ ਕੇ ਘਰੋਂ ਲੈ ਗਿਆ। ਲੱਗਦਾ ਹੈ ਵੀ ਕਿਤੇ ਨਾ ਕਿਤੇ ਅਵੇਅਰਨੈਸ ਦੀ ਕਮੀ ਹੈ ਸਾਡੇ ਵਿੱਚ ਵੀ, ਅਸੀਂ ਸੁਪਨਾ ਦੇਖ ਲੈਂਦੇ ਆ ਪਰ ਸੱਚਾਈ ਤੋਂ ਕੋਹਾਂ ਦੂਰ ਹੁੰਦੇ। ਬਿਲਕੁਲ ਜੀ, ਇਹ ਸਮਾਜ ਵਿੱਚ ਇਸ ਸੰਬੰਧੀ ਜਾਗਰੂਕਤੀ ਘੱਟ ਆ, ਕਿਉਂਕਿ ਜਿੱਦਾਂ ਤੁਹਾਨੂੰ ਦੱਸਿਆ ਹੈਗਾ, ਇਸੇ ਪਰਿਵਾਰ ਦੀ ਗੱਲ ਕਰੀਏ ਤਾਂ ਉਸਨੇ ਆਪਣੇ ਬੱਚਿਆਂ ਦੀ ਲਾਈਫ ਬਣਾਉਣ ਦੇ ਲਈ ਆਪਣੇ ਭੈਣਾਂ ਭਰਾਵਾਂ ਦੀ ਖਾਤਰ ਜਾਂ ਆਪਣੇ ਰਿਸ਼ਤੇਦਾਰਾਂ ਦੀ ਖਾਤਰ ਇਹ ਸਟੈਪ ਚੱਕ ਲਿਆ। ਕਿਤੇ ਨਾ ਕਿਤੇ ਜਾਗਰੂਕ ਅਵੇਅਰਨੈਸ ਦੀ ਕਮੀ ਹੈਗੀ ਆ ਜੀ। ਸਮਾਜ ਨੂੰ ਇਸ ਤੋਂ ਵੀ ਅਵੇਅਰ ਹੋਣਾ ਚਾਹੀਦਾ ਹੈਗਾ ਕਿ ਪਹਿਲਾਂ ਅਸਲੀਅਤ ਵਿੱਚ ਸਮਝੋ, ਕਿਸੇ ਦੀ ਸਲਾਹ ਲੈ ਲਓ, ਫਿਰ ਜਾ ਕੇ ਇੱਦਾਂ ਦੇ ਸਟੈਪ ਚੱਕੋ। ਇਹ ਮੇਰੀ ਬੇਨਤੀ। ਭਾਜੀ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਹੁਣ ਹਿੰਦੁਸਤਾਨ ਦੀ ਸਰਕਾਰ ਨੂੰ, ਅਮਰੀਕਾ ਦੀ ਸਰਕਾਰ ਨੂੰ, ਚਾਹੇ ਉਹ ਮੈਕਸੀਕੋ ਦੀ ਸਰਕਾਰ ਹੋਵੇ, ਤੁਸੀਂ ਅਪੀਲ ਕੀ ਕਰਨਾ ਚਾਹੁੰਦੇ ਹੋ? ਭਾਜੀ ਇੱਕ ਵਾਰੀ ਸਾਡੀ ਗੱਲ ਕਰਾ ਦੇਣ ਬਸ, ਇਹੀ ਆ। ਕੁਝ ਕਹਿਣਾ ਚਾਹੁੰਦੇ ਹੋ? ਬਹੁਤ ਸਾਰੇ NRI ਵੀ ਤੁਹਾਨੂੰ ਦੇਖ ਰਹੇ ਹੋਣਗੇ ਵੀ ਜੇ ਕੋਈ ਕਾਨੂੰਨਨ ਤੌਰ ਦੇ ਉੱਤੇ ਵੀ ਤੁਹਾਡੀ ਕੋਈ ਮਦਦ ਕਰੇ ਤਾਂ ਜੋ ਤੁਹਾਡਾ ਪਤੀ ਤੁਹਾਨੂੰ ਮਿਲ ਸਕੇ, ਤੁਹਾਡੇ ਬੱਚਿਆਂ ਦਾ ਬਾਪ ਮਿਲ ਸਕੇ। ਨਹੀਂ ਭਾਜੀ, ਸਾਨੂੰ ਅਮਰੀਕਾ ਨਹੀਂ ਚਾਹੀਦੀ, ਵਾਪਸ ਹੀ ਆ ਜਾਣਾ, ਆਪਣੇ ਘਰ ਨੂੰ ਆ ਜਾਣਾ, ਆਪਣੇ ਬੱਚੇ ਸਾਂਭਣ ਭਾਜੀ। ਪਰ ਅੱਜ ਵੀ ਬਹੁਤ ਸਾਰੇ ਨੌਜਵਾਨ ਨੇ ਇਹ ਜਿਹੜੇ ਏਜੰਟ ਧੋਖਾ ਕਰਦੇ ਨੇ, ਅੱਜ ਵੀ ਵਿਚਾਰੇ ਚੰਗਲ 'ਚ ਫਸ ਜਾਂਦੇ ਨੇ। ਔਰ ਇਹ ਰਾਹ 'ਤੇ ਉਹਨਾਂ ਨੌਜਵਾਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਤੁਹਾਡੇ ਵੀਰ ਹੋਣਗੇ, ਤੁਹਾਡੇ ਭਰਾ ਅੱਜ ਇਸ ਦਰਦ ਨੂੰ ਮਹਿਸੂਸ ਵੀ ਕਰ ਰਹੇ ਹੋਣਗੇ। ਕੁਛ ਨਹੀਂ ਕਿਹਾ ਹੁੰਦਾ ਤਾਂ ਤੁਸੀਂ ਪਰਿਵਾਰ ਦਾ ਇਸ ਔਖੀ ਘੜੀ ਦੇ ਵਿੱਚ ਦਰਦ ਨੂੰ ਮਹਿਸੂਸ ਕਰ ਸਕਦੇ ਹੋ। ਸੋ ਸਾਡੀ ਵੀ ਇਹੀ ਅਪੀਲ ਹੈ ਵੀ ਜੇਕਰ ਅਮਰੀਕਾ, ਕੈਨੇਡਾ ਰਹਿੰਦਾ, ਕਿਤੇ ਵੀ ਕਿਸੇ ਵੀ ਮੁਲਕ ਦੇ ਵਿੱਚ ਰਹਿੰਦਾ ਸ਼ਖਸ ਕੋਈ ਇਹਨਾਂ ਦੇ ਪਰਿਵਾਰ ਦੀ ਕਾਨੂੰਨਨ ਤੌਰ ਦੇ ਉੱਤੇ ਕੋਈ ਮਦਦ ਕਰ ਸਕੇ ਜਾਂ ਇਹਨਾਂ ਦੇ ਪਤੀ ਬਲਵੀਰ ਸਿੰਘ ਨੂੰ ਲੱਭਣ ਦੇ ਵਿੱਚ ਕਿਸੇ ਵੀ ਤਰੀਕੇ ਦੀ ਜੇ ਕੋਈ ਹੈਲਪ ਕਰ ਸਕਦਾ ਹੈ ਤਾਂ ਤੁਸੀਂ ਜ਼ਰੂਰ ਇਸ ਪਰਿਵਾਰ ਦੇ ਨਾਲ ਸੰਪਰਕ ਕਰੋ। ਇਸ ਪਰਿਵਾਰ ਦੇ ਕੰਟੈਕਟ ਨੰਬਰ ਵੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ। ਅਸੀਂ ਚਾਹਾਂਗੇ ਵੀ ਆਪਣਾ ਕੰਟੈਕਟ ਨੰਬਰ ਵੀ ਇੱਕ ਵਾਰੀ ਜ਼ਰੂਰ ਦੱਸ ਦਿਓ ਪਰਿਵਾਰ ਦਾ, ਵੀ ਤਾਂ ਜੋ ਜੇ ਕੋਈ ਇਹਨਾਂ ਦੀ ਕਾਨੂੰਨਨ ਤੌਰ ਦੇ ਉੱਤੇ ਬੈਠਾ ਕੋਈ ਅਮਰੀਕਾ ਦੇ ਵਿੱਚ, ਚਾਹੇ ਮੈਕਸੀਕੋ ਦੇ ਵਿੱਚ ਕੋਈ ਵੀਰ ਭਰਾ ਸਾਡਾ ਕੋਈ ਮਦਦ ਕਰਨੀ ਚਾਹੁੰਦਾ ਹੋਵੇ ਤਾਂ ਤੁਹਾਡੇ ਨਾਲ ਸੰਪਰਕ ਕਰ ਸਕੇ। ਆਪਣਾ ਨੰਬਰ ਮੈਂ ਚਾਹੂੰਗਾ ਤੁਸੀਂ ਦੱਸ ਦਿਓ ਤਾਂ ਜੋ ਜੇ ਕੋਈ ਸੰਪਰਕ ਕਰਨਾ ਚਾਹੁੰਦਾ ਹੋਵੇ ਪਰਿਵਾਰ ਨਾਲ ਤਾਂ ਕਰ ਸਕੇ। 8727040141। ਤਾਂ ਤੁਸੀਂ ਇਸ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਹੋ। ਜੇਕਰ ਕਿਸੇ ਵੀ ਮੇਰੇ ਵੀਰ ਭਰਾ ਭੈਣ ਨੂੰ ਕੋਈ ਬਲਵੀਰ ਸਿੰਘ ਦੇ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਸਾਡੀ ਵੀ ਅਪੀਲ ਹੈ ਕਿ ਤੁਸੀਂ ਇਸ ਪਰਿਵਾਰ ਦੇ ਨਾਲ ਸੰਪਰਕ ਕਰੋ ਔਰ ਇਸ ਪਰਿਵਾਰ ਨੂੰ ਬਲਵੀਰ ਸਿੰਘ ਦੀ ਕੋਈ ਸੁੱਖ ਸੁਨੇਹਾ ਇਹਨਾਂ ਦੇ ਨਾਲ ਜ਼ਰੂਰ ਸਾਂਝਾ ਕਰੋ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਸਰਹਾਲ ਕਾਜ਼ੀਆਂ, ਨਵਾਂ ਸ਼ਹਿਰ।